ਔਰ ਜਦੋਂ ਭੈਣ ਮਾਇਆਵਤੀ ਜੀ ਜਿਸ ਵੇਲੇ ਲੰਗੜੋਏ ਦੇ ਵਿੱਚ ਆਉਂਦੇ ਆ ਤੇ ਉੱਥੇ ਮੈਂ ਜਿਹੜਾ ਆ ਰੈਲੀ ਦੇ ਵਿੱਚ ਵੀ ਮੈਂ ਗਿਆ। ਵੀ ਸੂੰਗੜਾ ਤਾਂ ਇੱਕ ਚੱਲਿਆ ਹੋਇਆ ਅਨਾਰ ਹੈ, ਠੀਕ ਹੈ, ਤੇ ਜਾਂ ਮਤਲਬ ਜਿਹੜਾ ਸੂੰਗੜਾ ਤਾਂ ਇੱਕ ਡੁੱਬਿਆ ਹੋਇਆ ਸੂਰਜ ਆ। ਅੱਜ ਸੂੰਗੜੇ ਵਿੱਚ ਮਤਲਬ ਕਿਹੜਾ ਉਹ ਅਨਾਰ ਦੇ ਵਿੱਚ ਜਿਹੜਾ ਉਹ ਚੱਲੇ ਹੋਏ ਅਨਾਰ ਵਿੱਚ ਜਿਹੜਾ ਬਰੂਦ ਭਰ ਗਿਆ ਜਿਹੜਾ, ਜਾਂ ਮਤਲਬ ਜਿਹੜੀਆਂ ਉਹ ਸੂਰਜ ਦੀਆਂ ਡੁੱਬੇ ਹੋਏ ਸੂਰਜ ਦੀਆਂ ਜਿਹੜੀਆਂ ਕਿਰਨਾਂ ਜਿਹੜੀਆਂ ਕਿਹੜੇ ਪਾਸਿਓਂ ਜਿਹੜੀਆਂ ਉਹ ਲਿਸ਼ਕਾਰੇ ਦੇ ਨਾਲ ਜਿਹੜੀਆਂ ਚਮਕ ਪਈਆਂ। ਜਿਹੜੇ ਸਾਹਿਬ ਕਾਂਸ਼ੀ ਰਾਮ ਜੀ ਦੇ ਛੋਟੇ ਭੈਣ ਜੀ ਆ, ਮੈਂ ਉਹਨਾਂ ਦੇ ਜਾ ਕੇ ਗੋਡੇ ਫੜੇ, ਜਿਹੜੇ ਸੁਲਖੀਆਂ ਪਿੰਡ ਵਾਲੇ ਆ। ਕਿਤੇ ਇਹ ਗੱਲ ਨੂੰ ਲੈ ਕੇ ਤੁਹਾਡੀ ਕੋਈ ਬਸਪਾ ਦੇ ਨਾਲ ਸੱਟ-ਗਟ ਤਾਂ ਨਹੀਂ ਚੱਲ ਰਹੀ? ਔਰ ਜਿਹੜਾ ਵੀ ਮਤਲਬ ਕੱਲ੍ਹ ਨੂੰ ਸਮਾਜ ਦੇ ਹਿੱਤ ਦੀ ਗੱਲ ਕਰੇਗਾ, ਜਿਹੜੀ ਪਾਰਟੀ ਹਿੱਤ ਦਾ ਸਮਾਜ ਦੇ ਹਿੱਤ ਦੀ ਗੱਲ ਕਰੇਗੀ, ਔਰ ਜਿਹੜਾ ਨੇਤਾ ਸਮਾਜ ਦੇ ਹਿੱਤ ਦੀ ਗੱਲ ਕਰੇਗਾ। ਮੈਂ ਹਾਂ ਫਲਜਿੰਦਰ ਰਤੂ ਤੇ ਤੁਸੀਂ ਦੇਖ ਰਹੇ ਹੋ ਫੈਨ ਅੰਬੇਡਕਰ ਟੀਵੀ। ਜਿੱਦਾਂ ਕਿ ਇਸ ਚੈਨਲ ਦੇ ਰਾਹੀਂ ਅਸੀਂ ਤੁਹਾਨੂੰ ਨਵੀਆਂ ਸ਼ਖਸੀਅਤਾਂ, ਨਵੇਂ ਮੁੱਦੇ ਲੈ ਕੇ ਹਾਜ਼ਰ ਹੁੰਦੇ ਹਾਂ। ਸੋ ਇਸੇ ਤਰ੍ਹਾਂ ਅੱਜ ਤੁਹਾਡੇ ਨਾਲ ਇੱਕ ਇਹੋ ਜਿਹੀ ਸ਼ਖਸੀਅਤ ਦੀ ਮੁਲਾਕਾਤ ਕਰਵਾਵਾਂਗੇ ਜਿਨ੍ਹਾਂ ਨੂੰ ਲੈ ਕੇ ਕਿ ਅੱਜ ਸਮਾਜ ਦੇ ਵਿੱਚ ਬਹੁਤ ਹੀ ਜ਼ਿਆਦਾ ਜੋ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ। ਔਰ ਮੇਰੇ ਨਾਲ ਮੌਜੂਦ ਨੇ ਸ਼ਿੰਗਾਰਾ ਰਾਮ ਸੂੰਗੜਾ ਜੀ, ਜੋ ਕਿ ਬਹੁਜਨ ਸਮਾਜ ਪਾਰਟੀ ਤੋਂ 2 ਵਾਰ ਵਿਧਾਇਕ ਵੀ ਰਹੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਫੈਨ ਅੰਬੇਡਕਰ ਟੀਵੀ ਵੱਲੋਂ। ਧੰਨਵਾਦ ਜੀ। ਫੈਨ ਅੰਬੇਡਕਰ ਟੀਵੀ ਦੇ ਸਾਰੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ, ਔਰ ਸਾਰਿਆਂ ਨੂੰ ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਅੱਜ ਆਪਾਂ ਇੱਕ ਬਹੁਤ ਹੀ ਜ਼ਿਆਦਾ ਜੋ ਚਰਚਾ ਦਾ ਵਿਸ਼ਾ ਆ ਉਸ ਵਿਸ਼ੇ ਤੇ ਗੱਲ ਕਰਾਂਗੇ। ਮੈਂ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ ਬੀਤ ਰਹੇ ਕੁਝ 4-5 ਦਿਨਾਂ ਦੀ। ਜਿੱਦਾਂ ਕਿ ਥੋੜ੍ਹੇ ਦਿਨ ਪਹਿਲਾਂ ਆਜ਼ਾਦ ਸਮਾਜ ਪਾਰਟੀ ਵੱਲੋਂ 16 ਤਰੀਕ ਨੂੰ ਇੱਕ ਕਾਨਫਰੰਸ ਹੁੰਦੀ ਆ, ਜਿਹਦੇ ਵਿੱਚ ਕਿ ਤੁਹਾਨੂੰ ਆਜ਼ਾਦ ਸਮਾਜ ਪਾਰਟੀ ਦਾ ਜੋ ਮੁੱਖ ਮੰਤਰੀ ਦਾ ਚਿਹਰਾਕੋਸ਼ੀ ਕੀਤਾ ਜਾਂਦਾ, ਔਰ ਜੋ ਰਾਜੀਵ ਕੁਮਾਰ ਲਵਲੀ ਜੀ ਨੇ ਉਹਨਾਂ ਨੂੰ ਪੰਜਾਬ ਦੇ ਜੋ ਪ੍ਰੈਜ਼ੀਡੈਂਟ ਵਜੋਂ ਨਿਯੁਕਤ ਕੀਤਾ ਜਾਂਦਾ। ਪਰ ਉਸ ਤੋਂ ਬਾਅਦ ਅਗਲੇ ਦਿਨ ਤੁਸੀਂ ਬਹੁਜਨ ਸਮਾਜ ਪਾਰਟੀ ਦੇ ਆਫਿਸ ਵਿੱਚ ਜਾਂਦੇ ਹੋ, ਕੀ ਕਾਰਨ ਸੀਗਾ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਮਾਨਯੋਗ ਚੰਦਰ ਸ਼ੇਖਰ ਆਜ਼ਾਦ ਜੀ ਦਾ ਧੰਨਵਾਦ ਕਰਦਾ ਕਿ ਜਿਹੜਾ ਉਹਨਾਂ ਨੇ ਆਜ਼ਾਦ ਸਮਾਜ ਪਾਰਟੀ 15 ਮਾਰਚ 2020 ਨੂੰ ਦਿੱਲੀ ਦੇ ਵਿੱਚ ਇਹਦੀ ਅਨਾਉਂਸਮੈਂਟ ਹੋਈ ਸੀ ਸਾਹਿਬ ਕਾਂਸ਼ੀ ਰਾਮ ਦੇ ਜਨਮ ਦਿਨ ਦੇ ਉੱਤੇ ਜੀ। ਤੇ ਲੋਕਡਾਊਨ ਦੇ ਚੱਲਦਿਆਂ ਜਿਹੜਾ ਆ 16 ਜੂਨ ਨੂੰ ਲੁਧਿਆਣੇ ਦੇ ਵਿੱਚ ਜਿਹੜਾ ਆ ਉਹਨਾਂ ਨੇ ਸਾਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਜੀ। ਰਾਜੀਵ ਕੁਮਾਰ ਲਵਲੀ ਜੀ ਨੂੰ ਪੰਜਾਬ ਦਾ ਪ੍ਰਧਾਨ ਆਜ਼ਾਦ ਸਮਾਜ ਪਾਰਟੀ ਦਾ, ਤੇ ਮੈਨੂੰ ਉਹਨਾਂ ਨੇ ਰਾਜਨੀਤਿਕ ਜਿਹੜਾ ਆ ਰਾਜਨੀਤਿਕ ਮਾਮਲਿਆਂ ਦਾ ਇੰਚਾਰਜ ਪੰਜਾਬ ਦਾ ਤੇ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਦੇ ਉੱਤੇ ਉਹਨਾਂ ਨੇ ਪੇਸ਼ ਕੀਤਾ ਜੀ। ਮੈਂ ਇਹਦੇ ਲਈ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਜੀ। ਸਰ ਕਾਰਨ ਕੀ ਸੀਗਾ? ਮੈਂ ਕੁਐਸਚਨ ਇਹ ਕਰ ਰਿਹਾ ਕਿ ਕਾਰਨ ਕੀ ਸੀਗਾ ਤੁਸੀਂ ਬਹੁਜਨ ਸਮਾਜ ਪਾਰਟੀ ਦੇ ਆਫਿਸ ਦੇ ਵਿੱਚ ਗਏ ਔਰ ਅਗਲੇ ਹੀ ਦਿਨ ਗਏ ਕਾਨਫਰੰਸ ਤੋਂ ਬਾਅਦ? ਕਿਉਂਕਿ ਉਹ ਤੋਂ ਬਾਅਦ ਜਦੋਂ 3 ਵਜੇ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਹੁੰਦੀ ਆ, ਜਿਹਦੇ ਵਿੱਚ ਸਾਨੂੰ ਜਿਹੜਾ ਆ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਆਜ਼ਾਦ ਸਮਾਜ ਪਾਰਟੀ ਦੇ ਉਹ ਸਾਨੂੰ ਪੰਜਾਬ ਦੀ ਜ਼ਿੰਮੇਵਾਰੀ ਜਿਹੜੀ ਉਹਨਾਂ ਨੇ ਸੌਂਪੀ ਆ। ਤੇ 5 ਵਜੇ ਦੇ ਕਰੀਬ ਜਿਹੜਾ ਆ ਮੈਨੂੰ ਇੱਕ ਫੋਨ ਆਉਂਦਾ ਆ ਸਾਥੀਆਂ ਦਾ ਵੀ ਮਤਲਬ ਤੁਹਾਨੂੰ ਜਿਹੜਾ ਆ ਉਹ ਕੁਝ ਸਾਥੀ ਜਿਹੜੇ ਆ ਮਿਲਣਾ ਚਾਹੁੰਦੇ ਆ ਜੀ। ਤੇ ਮੈਨੂੰ ਮਤਲਬ ਇਹ ਕਲੀਅਰ ਨਹੀਂ ਸੀਗਾ ਕਿ ਜਿਹੜਾ ਆ ਵੀ ਇਹ ਕੀ ਮਤਲਬ ਮੈਟਰ ਹੈ, ਪਰ ਮੈਨੂੰ ਜਦੋਂ ਮਤਲਬ ਬਾਅਦ ਵਿੱਚ ਪਤਾ ਲੱਗਿਆ ਕਿ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਮਤਲਬ ਆਗੂ ਆ ਜਾਂ ਪੰਜਾਬ ਦੇ ਇੰਚਾਰਜ ਹੈ ਵੀ ਉਹਨਾਂ ਦੇ ਵੱਲੋਂ ਇਹ ਮੈਸੇਜ ਹੈ ਵੀ ਉਹ ਤੁਹਾਨੂੰ ਮਿਲਣਾ ਚਾਹੁੰਦੇ ਆ ਜੀ। ਤੇ ਅਸੀਂ ਮਤਲਬ ਕਿਉਂਕਿ ਇਹ ਸਾਡਾ ਸਿਲਸਿਲਾ ਜਿਹੜਾ ਆ ਉਹ ਲਗਾਤਾਰ 16 ਸਾਲ ਤੋਂ ਚੱਲਿਆ ਆ ਰਿਹਾ, ਮਤਲਬ ਜਿਹੜਾ ਆ ਇੱਕ ਦੂਜੇ ਨੂੰ ਜਿਹੜਾ ਮਿਲਦੇ ਰਹੇ ਆ। ਸੋ ਜਦੋਂ ਮੈਂ ਦੂਸਰੇ ਦਿਨ ਅਸੀਂ 17 ਤਰੀਕ ਨੂੰ ਜਦੋਂ ਅਸੀਂ BSP ਦੇ ਦਫ਼ਤਰ ਜਲੰਧਰ ਜਾਂਦੇ ਹਾਂ ਤਾਂ ਮਤਲਬ ਸਾਡੇ ਸਾਹਮਣੇ ਜਿਹੜੀ ਆ ਉਹਨਾਂ ਨੇ ਜਿਹੜੀ ਉਹ ਰੱਖੀ, ਉਹਨਾਂ ਨੇ ਪ੍ਰਪੋਜ਼ਲ ਰੱਖੀ ਕਿ ਸਾਨੂੰ ਜਿਹੜੀ ਆ ਉਹ ਤੁਹਾਡੀ ਜਿਹੜੀ ਆ ਉਹ ਜ਼ਰੂਰਤ ਹੈ ਇਸ ਵੇਲੇ ਜੀ। ਅਗਰ ਗੱਲ ਕਰੀਏ ਕਿ 16 ਸਾਲ ਤੁਸੀਂ ਪਾਰਟੀ ਤੋਂ ਬਾਹਰ ਸੀਗੇ ਤੇ ਤੁਹਾਨੂੰ ਕੋਈ
ਤੁਹਾਡੇ ਮਨ ਦੇ ਵਿੱਚ ਕੁਝ ਇਹਨਾਂ ਗੱਲਾਂ ਨੂੰ ਲੈ ਕੇ ਕੋਈ ਹੋਰ ਸ਼ੰਕਾ ਤਾਂ ਨਹੀਂ ਪੈਦਾ ਹੋ ਰਹੀ ਸੀਗੀ ਕਿ ਕੀ ਕਾਰਨ ਹੋ ਸਕਦਾ? ਇਹੀ ਮੈਂ ਕਹਿਣਾ ਚਾਹੁੰਦਾ ਆ ਕਿ ਜਦੋਂ ਮਤਲਬ ਇਸ ਤਰ੍ਹਾਂ ਦੀ ਜਦੋਂ ਉਹਨਾਂ ਨੇ ਗੱਲਬਾਤ ਹੋਈ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਅੱਜ ਤੁਹਾਡੀ ਜ਼ਰੂਰਤ ਆ ਜੀ, ਤੇ ਮੈਨੂੰ ਮਤਲਬ ਇਹ ਜਿਹੜਾ ਸੀ ਉਹ ਮੈਂ ਸੋਚ ਰਿਹਾ ਸੀ ਵੀ ਮੈਂ ਇਹਦੇ ਉੱਤੇ ਹੱਸਾਂ ਜਾਂ ਮੈਂ ਇਹਦੇ ਉੱਤੇ ਰੋਵਾਂ, ਮੈਂ ਕੀ ਕਰਾਂ ਕਿ ਜਿਹੜੀ ਗੱਲ 16 ਸਾਲ ਤੋਂ ਮਤਲਬ 2004 ਤੋਂ ਮੈਂ ਪਾਰਟੀ ਤੋਂ ਜਿਹੜਾ ਬਾਹਰ ਸੀ, ਮੈਨੂੰ ਅੱਜ 16 ਸਾਲ ਹੋ ਗਏ ਆ, ਤੇ ਜਿਹਦੇ ਵਿੱਚ ਮੈਂ ਅਨਕੰਡੀਸ਼ਨਲ ਜਿਹੜਾ ਆ ਪਿਛਲੇ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਮੈਂ ਬਿਨਾਂ ਕਿਸੇ ਮਤਲਬ ਸ਼ਰਤ ਤੋਂ ਜਿਹੜਾ ਮੈਂ ਬਹੁਜਨ ਸਮਾਜ ਪਾਰਟੀ ਦਾ ਪਿੰਡ ਜਾ ਕੇ ਪ੍ਰਚਾਰ ਕੀਤਾ। ਔਰ ਜਦੋਂ ਭੈਣ ਮਾਇਆਵਤੀ ਜੀ ਜਿਸ ਵੇਲੇ ਲੰਗੜੋਏ ਦੇ ਵਿੱਚ ਆਉਂਦੇ ਆ ਤੇ ਉੱਥੇ ਮੈਂ ਜਿਹੜਾ ਆ ਰੈਲੀ ਦੇ ਵਿੱਚ ਵੀ ਮੈਂ ਗਿਆ, ਔਰ ਤੁਸੀਂ ਵੀ ਰੱਤੂ ਸਾਹਿਬ ਉੱਥੇ ਹਾਜ਼ਰ ਸੀਗੇ, ਤੁਹਾਨੂੰ ਵੀ ਪਤਾ ਕਿ ਜਿਹੜਾ ਉੱਥੇ ਮਤਲਬ ਜਿਹੜਾ ਆ ਜਿਸ ਤਰ੍ਹਾਂ ਦਾ ਵਿਵਹਾਰ ਜਿਹੜਾ ਆ ਉਹ ਬੰਦੇ ਨੂੰ ਮਿਲਣਾ ਚਾਹੀਦਾ ਆ। ਪਰ ਇੱਕ ਗੱਲ ਇਹ ਵੀ ਇੱਥੇ ਸਰ ਆਉਂਦੀ ਆ ਕਿ ਇਹ ਜੋ ਮੀਟਿੰਗ ਸੀਗੀ ਇਹਨੂੰ ਇੰਨਾ ਸੀਕ੍ਰੀਟ ਕਿਉਂ ਰੱਖਿਆ ਗਿਆ ਸੀ? ਸੀਕ੍ਰੀਟ ਦਾ ਮਤਲਬ ਇਹ ਸੀ ਕਿ ਕਿਉਂਕਿ ਮਤਲਬ ਇਹ ਉਹਨਾਂ ਨੂੰ ਸੀਗਾ ਵੀ ਕਿਤੇ ਅਸੀਂ ਜਿਹੜਾ ਵੀ ਰਾਜਨੀਤਿਕ ਪਾਰਟੀ ਆ, ਅਸੀਂ ਬਹੁਜਨ ਸਮਾਜ ਦੀ ਜਿਹੜੀ ਆ ਉਹ ਵੱਡੀ ਧਿਰ ਵਾਂ, ਵੀ ਕਿਤੇ ਇੱਦਾਂ ਨਾ ਹੋਵੇ ਕਿ ਮਤਲਬ ਸਾਡੀ ਕੋਈ ਹੋ ਸਕਦਾ ਉਹਨਾਂ ਦੇ ਮਨ ਵਿੱਚ ਹੋਵੇ ਸਾਡੀ ਕਿਰਕਰੀ ਨਾ ਹੋ ਜਾਏ, ਠੀਕ ਹੈ ਜੀ। ਤੇ ਉਹਨਾਂ ਨੇ ਮਤਲਬ ਜਦੋਂ ਇਹ ਸਾਡੇ ਸਾਹਮਣੇ ਜਿਹੜੀ ਆ ਪ੍ਰਪੋਜ਼ਲ ਰੱਖੀ ਆ ਤੇ ਅਸੀਂ ਮਤਲਬ ਮੇਰੇ ਦਿਮਾਗ ਦੇ ਵਿੱਚ ਇੱਕਦਮ ਮਤਲਬ ਇਹ ਜਿਹੜਾ ਮੈਂ ਮਹਿਸੂਸ ਕੀਤਾ ਵੀ ਅਸੀਂ ਇਹ ਆਪਣੇ ਸਾਥੀਆਂ ਦੇ ਨਾਲ ਆਪਣੀ ਟੀਮ ਦੇ ਨਾਲ ਜਿਹੜਾ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅਸੀਂ ਜਿਹੜਾ ਆ ਉਹਦਾ ਕੋਈ ਜਿਹੜਾ ਪ੍ਰਤੀਕਰਮ ਜੋ ਵੀ ਆ ਉਹ ਅਸੀਂ ਤੁਹਾਨੂੰ ਦੇਵਾਂਗੇ। ਠੀਕ ਹੈ, ਬਹੁਜਨ ਸਮਾਜ ਪਾਰਟੀ ਜਾਂ ਜੋ ਵੀ ਜਿਹੜਾ ਆ ਉਹ ਜਿਹਦੇ ਵਿੱਚ ਅਸੀਂ ਮਤਲਬ ਕਰਦੇ ਰਹੇ ਹਾਂ, ਔਰ 2 ਵਾਰ ਉਸੇ ਪਾਰਟੀ ਤੋਂ ਮੈਂ ਵਿਧਾਇਕ ਵੀ ਰਿਹਾ ਹਾਂ, ਤਾਂ ਇਹ ਕੋਈ ਸਾਡੇ ਲਈ ਕੋਈ ਨਵੀਂ ਗੱਲ ਤਾਂ ਹੈ ਨਹੀਂ ਸੀ। ਪਰ ਜਿਹੜਾ ਮਤਲਬ ਜਿੱਥੇ ਜਿਹੜਾ ਮਤਲਬ ਪ੍ਰੋਬਲਮ ਜਿੱਥੇ ਆ ਕੇ ਜਿਹੜੀ ਮੈਂ ਮਹਿਸੂਸ ਕਰਦਾ ਹਾਂ ਕਿ ਮੈਂ 16 ਸਾਲ ਤੋਂ ਪਾਰਟੀ ਤੋਂ ਬਾਹਰ ਹੁੰਦਾ ਹੋਇਆ ਤੇ ਅੱਜ ਜਿਹੜੀ ਮਤਲਬ ਅਚਨਚੇਤ ਕੇ ਮਤਲਬ 3 ਵਜੇ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਹੁੰਦੀ ਆ ਤੇ ਸਾਨੂੰ ਜਿਹੜਾ ਆ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਪੰਜਾਬ ਦੀ, ਤੇ ਉਹ ਤੋਂ ਬਾਹਰ ਜਿਹੜਾ ਆ ਇਮੀਡੀਏਟ ਜਿਹੜਾ ਆ ਉਹ ਮਤਲਬ ਜਿਹੜਾ ਉਧਰੋਂ ਸਾਨੂੰ ਮਤਲਬ ਜਿਹੜੀ ਉਹਨਾਂ ਨੇ ਪ੍ਰਪੋਜ਼ਲ ਜਿਹੜੀ ਆ ਸਾਨੂੰ ਆਉਂਦੀ ਆ ਕਿ ਅੱਜ ਤੁਹਾਨੂੰ ਤੁਹਾਡੀ ਜਿਹੜੀ ਬਹੁਜਨ ਸਮਾਜ ਪਾਰਟੀ ਵੱਲੋਂ ਜਿਹੜੀ ਤੁਹਾਡੀ ਜ਼ਰੂਰਤ ਆ। ਤੇ ਮੈਂ ਜਿਹੜਾ ਆ ਸਮਝਦਾ ਕਿ ਮੈਂ ਆਪਣੇ ਸਾਥੀਆਂ ਦੇ ਨਾਲ ਜਿਹੜਾ ਵਿਚਾਰ ਵਟਾਂਦਰਾ ਕਰਨ ਦੇ ਲਈ ਉਹਨਾਂ ਨੂੰ ਕਿਹਾ ਕਿ ਮੈਂ ਉਹਨਾਂ ਦੀ ਸਲਾਹ ਤੋਂ ਬਿਨਾਂ ਅਸੀਂ ਕੋਈ ਵੀ ਜਿਹੜਾ ਆ ਕਦਮ ਜਿਹੜਾ ਸਟੈਪ ਜਿਹੜਾ ਆ ਅਸੀਂ ਨਹੀਂ ਲੈ ਸਕਦੇ। ਸਵਾਲ ਇੱਥੇ ਇੱਕ ਇਹ ਵੀ ਆ ਸਰ ਕਿ ਅਖਬਾਰਾਂ ਦੇ ਵਿੱਚ ਵੀ ਬਹੁਤ ਵਾਇਰਲ ਹੁੰਦਾ ਕਿ ਸ਼ਿੰਗਾਰਾ ਰਾਮ ਸੁੰਗੜਾ ਬਹੁਜਨ ਸਮਾਜ ਪਾਰਟੀ ਵਿੱਚ ਵਾਪਸੀ ਕਰ ਰਹੇ ਆ, ਤੇ ਇੱਕ ਸਵਾਲ ਇੱਥੇ ਇਹ ਵੀ ਬਣਦਾ ਕਿ ਕਈ ਵਾਰ ਪਹਿਲਾਂ ਮੈਂ ਤੁਹਾਡੇ ਵੀ ਇੰਟਰਵਿਊ ਕੀਤੇ ਔਰ ਬਸਪਾ ਦੇ ਵੀ ਬਹੁਤ ਸਾਰੇ ਸਾਥੀਆਂ ਦੇ ਕੀਤੇ ਜਿਨ੍ਹਾਂ ਦਾ ਕਹਿਣਾ ਸੀਗਾ ਕਿ ਸ਼ਿੰਗਾਰਾ ਰਾਮ ਸੁੰਗੜਾ ਨੂੰ ਲੈਣ ਦੇ ਲਈ ਭੈਣ ਜੀ ਦੇ ਆਦੇਸ਼ਾਂ ਦੀ ਜੋ ਵੇਟ ਕਰਨੀ ਆ ਕਿ ਜੇ ਭੈਣ ਜੀ ਕਹਿਣਗੇ ਤੇ ਤਾਂ ਹੀ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾਊਗਾ। ਕੀ ਕੋਈ ਇੱਦਾਂ ਦੀ ਕੋਈ ਗੱਲਬਾਤ ਹੋਈ ਤੁਹਾਡੇ ਨਾਲ? ਦੇਖੋ, ਇਹੀ ਜਿਹੜੀ ਆ ਸੋਚਣ ਦੀ ਗੱਲ ਹੈ ਕਿ ਜਿਹੜੇ ਲੋਕ ਮਤਲਬ ਇਸ ਤਰ੍ਹਾਂ ਦੇ ਜਿਹੜੇ ਆ ਤੰਜ ਕਹਿ ਲਓ ਜਾਂ ਇਸ ਤਰ੍ਹਾਂ ਦੇ ਜਿਹੜੇ ਆ ਕਮੈਂਟਸ ਜਿਹੜੇ ਆ ਉਹ ਪਾਸ ਕਰਦੇ ਸੀਗੇ ਵੀ ਸੁੰਗੜਾ ਤਾਂ ਇੱਕ ਚੱਲਿਆ ਹੋਇਆ ਅਨਾਰ ਹੈ, ਠੀਕ ਹੈ, ਤੇ ਜਾਂ ਮਤਲਬ ਜਿਹੜਾ ਸੁੰਗੜਾ ਤਾਂ ਇੱਕ ਡੁੱਬਿਆ ਹੋਇਆ ਸੂਰਜ ਆ। ਤੇ ਅੱਜ ਮਤਲਬ ਜਿਹੜਾ ਆ ਮੈਂ ਵੀ ਇਹ ਮਹਿਸੂਸ ਕਰਦਾ ਆ ਕੋਈ ਸਾਡੇ ਸਾਥੀ ਵੀ ਜਿਹੜੇ ਵੀ ਅੱਜ ਸੁੰਗੜੇ ਵਿੱਚ ਮਤਲਬ ਕਿਹੜਾ ਉਹ ਅਨਾਰ ਦੇ ਵਿੱਚ ਜਿਹੜਾ ਉਹ ਚੱਲੇ ਹੋਏ ਅਨਾਰ ਵਿੱਚ ਜਿਹੜਾ ਬਰੂਦ ਭਰ ਗਿਆ ਜਿਹੜਾ, ਜਾਂ ਮਤਲਬ ਜਿਹੜੀਆਂ ਉਹ ਸੂਰਜ ਦੀਆਂ ਡੁੱਬੇ ਹੋਏ ਸੂਰਜ ਦੀਆਂ ਜਿਹੜੀਆਂ ਕਿਰਨਾਂ ਜਿਹੜੀਆਂ ਕਿਹੜੇ ਪਾਸਿਓਂ ਜਿਹੜੀਆਂ ਉਹ ਲਿਸ਼ਕਾਰੇ ਦੇ ਨਾਲ ਜਿਹੜੀਆਂ ਚਮਕ ਪਈਆਂ ਤੇ ਜਿਹੜੀ ਅੱਜ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਆ ਸੁੰਗੜੇ ਦੀ ਜ਼ਰੂਰਤ ਪੈ ਗਈ ਆ। ਤੇ ਮੈਂ ਇਹਦੇ ਲਈ ਫਿਰ ਦੁਬਾਰਾ ਜਿਹੜਾ ਆ ਉਹ ਮਾਨਯੋਗ ਚੰਦਰ ਸ਼ੇਖਰ ਆਜ਼ਾਦ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਦੀ ਬਦੌਲਤ ਹੀ ਜਿਹੜਾ ਡੁੱਬਿਆ ਹੋਇਆ ਸੂਰਜ ਜਿਹਨੂੰ ਸਮਝਿਆ ਜਾਂਦਾ ਸੀ ਉਹ ਅੱਜ ਇੱਕ ਮਤਲਬ ਜਿਹੜਾ ਰੋਸ਼ਨੀ ਜਿਹੜਾ ਦੇਣ ਦੇ ਜਿਹੜਾ ਆ ਜੋ ਮਹਿਸੂਸ ਕੀਤਾ ਵੀ ਅੱਜ ਉਹ ਇੱਕ ਰੋਸ਼ਨੀ ਦੇਣ ਦੇ ਕਾਬਲ ਹੋ ਗਿਆ ਆ। ਤੇ ਮੈਂ ਇਹਦੇ ਲਈ ਧੰਨਵਾਦ ਕਰਦਾ ਆਜ਼ਾਦ ਸਮਾਜ ਪਾਰਟੀ ਦੀ ਲੀਡਰਸ਼ਿਪ ਦਾ ਕਿ ਜਿਨ੍ਹਾਂ ਨੇ ਸਾਨੂੰ ਪੰਜਾਬ ਦੀ ਜ਼ਿੰਮੇਵਾਰੀ ਜਿਹੜੀ ਆ ਸੌਂਪ ਕੇ ਉਹਨਾਂ ਨੇ ਸਾਡੀ ਜਿਹੜੀ ਵੈਲਿਊ ਜਿਹੜੀ ਆ ਮਹਿਸੂਸ ਕੀਤੀ ਗਈ ਆ ਸਮਾਜ ਦੇ ਅੰਦਰ, ਇਹਦੇ ਲਈ ਵੀ ਮੈਂ ਧੰਨਵਾਦ ਜਿਹੜਾ ਕਰਦਾ ਆਜ਼ਾਦ ਸਮਾਜ ਪਾਰਟੀ ਦੀ ਲੀਡਰਸ਼ਿਪ। ਸਰ ਸਮਾਜ ਦੇ ਲੋਕ ਜੋ ਆ ਤੁਹਾਨੂੰ ਪਰਸਨਲੀ ਤੁਹਾਡੇ ਤੋਂ ਬਹੁਤ ਉਮੀਦਾਂ ਰੱਖਦੇ ਆ ਕਿ ਬਹੁਜਨ ਸਮਾਜ ਪਾਰਟੀ ਔਰ ਆਜ਼ਾਦ ਸਮਾਜ ਪਾਰਟੀ ਨੂੰ ਲੈ ਕੇ ਤੁਹਾਡੀ ਪਰਸਨਲ ਰਾਏ ਕੀ ਹੈ? ਦੇਖੋ, ਜਿੱਥੋਂ ਤੱਕ ਆਜ਼ਾਦ ਸਮਾਜ ਪਾਰਟੀ ਔਰ ਬਹੁਜਨ ਸਮਾਜ ਪਾਰਟੀ ਦਾ ਮੈਟਰ ਹੈ, ਕਿਉਂਕਿ ਸਾਹਿਬ ਕਾਂਸ਼ੀ ਰਾਮ ਨੇ 1964 ਦੇ ਵਿੱਚ ਉਹਨਾਂ ਨੇ ਆਪਣੀ ਨੌਕਰੀ ਜਿਹੜੀ ਸੀ ਉਹਨਾਂ ਨੇ ਛੱਡੀ
ਨੌਕਰੀ ਛੱਡ ਕੇ ਉਹਨਾਂ ਨੇ ਮਤਲਬ ਜਿਹੜਾ ਆ ਆਪਣਾ ਜਿਹੜਾ ਜ਼ਿੰਦਗੀ ਦਾ ਬਿਹਤਰੀਨ ਸਮਾਂ ਜਿਹੜਾ ਆ ਉਹਨਾਂ ਨੇ RPI ਦੇ ਵਿੱਚ ਉਹਨਾਂ ਨੇ ਮਤਲਬ ਜਿਹੜਾ ਲਗਾਇਆ ਆਪਣਾ ਸਮਾਂ। ਤੇ ਉਹ ਸਾਹਿਬ ਕਾਂਸ਼ੀ ਰਾਮ ਚਾਹੁੰਦੇ ਸੀ ਵੀ ਸਮੇਂ ਦੇ ਨਾਲ ਜਿਹੜੀਆਂ RPI ਦੇ ਵਿੱਚ ਕੁਛ ਜਿਹੜੀਆਂ ਐਸੀਆਂ ਕੁਛ ਤਬਦੀਲੀਆਂ ਜਿਹੜੀਆਂ ਮਤਲਬ ਕੀਤੀਆਂ ਜਾਣ ਤੇ ਜਿਹਦੇ ਨਾਲ ਜਿਹੜਾ ਆ ਮਤਲਬ ਇਹਦਾ ਪਾਰਟੀ ਜਿਹੜੀ ਆ ਇਹਦਾ ਜਿਹੜਾ ਹੋਰ ਜਿਹੜਾ ਵਿਸਥਾਰ ਕੀਤਾ ਜਾਵੇ ਤਾਂ ਜਿਹਦੇ ਨਾਲ ਇਹ ਮਤਲਬ ਅਸੀਂ ਜਿਹੜਾ ਆ ਦੇਸ਼ ਦੀ ਸੱਤਾ ਦੇ ਵਿੱਚ ਜਿਹੜੀ ਸਾਡੀ ਸਮਾਜ ਦੀ ਹਿੱਸੇਦਾਰੀ ਪੈ ਸਕੇ ਮਤਲਬ। ਲੇਕਿਨ ਜਦੋਂ RPI ਦੇ ਜਿਹੜੇ ਮਤਲਬ ਜਿਹੜੇ ਉਸ ਵੇਲੇ ਸਿਪਾਹ ਸਲਾਰ ਸੀਗੇ ਉਹਨਾਂ ਨੇ ਸਾਹਿਬ ਕਾਂਸ਼ੀ ਰਾਮ ਨੂੰ ਜਿਸ ਵੇਲੇ ਉਹਨਾਂ ਨੇ 8-10 ਸਾਲ ਦੇ ਪੀਰੀਅਡ ਤੋਂ ਬਾਅਦ ਸਾਹਿਬ ਕਾਂਸ਼ੀ ਰਾਮ ਜੀ ਨੂੰ ਜਦੋਂ ਉਹਨਾਂ ਨੇ ਅੱਖਾਂ ਦਿਖਾਈਆਂ ਸਾਹਿਬ ਕਾਂਸ਼ੀ ਰਾਮ ਨੂੰ ਵੀ ਤੁਸੀਂ ਕੌਣ ਹੁੰਦੇ ਆ, RPI ਜਿਹੜੀ ਹੈ ਸਾਡੀ ਪਾਰਟੀ ਆ ਤੇ ਅਸੀਂ ਮਤਲਬ ਜਿਹੜਾ ਆ ਇਹ ਸਾਡੀ ਜ਼ਿੰਮੇਵਾਰੀ ਅਸੀਂ ਦੇਖਣਾ ਕਿ ਅਸੀਂ ਕੀ ਕਰਨਾ ਆ, ਤੁਸੀਂ ਕੌਣ ਹੁੰਦੇ ਆ ਸਾਹਿਬ ਕਾਂਸ਼ੀ ਰਾਮ ਨੂੰ ਮਤਲਬ ਜਦੋਂ ਇਸ ਰੂਪ ਦੇ ਵਿੱਚ ਉਹਨਾਂ ਨੇ ਮਤਲਬ ਸਾਹਿਬ ਕਾਂਸ਼ੀ ਰਾਮ ਨੂੰ ਕਿਹਾ ਕਿ ਜੇ ਤਾਂ ਤੁਸੀਂ ਚੁੱਪਚਾਪ ਜਿਹੜਾ ਆ ਪਾਰਟੀ ਦੇ ਵਿੱਚ ਕੰਮ ਕਰ ਸਕਦੇ ਆ ਸਾਡੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਰਹਿ ਕੇ ਕੰਮ ਕਰ ਸਕਦੇ ਤਾਂ ਠੀਕ ਹੈ, ਨਹੀਂ ਤਾਂ ਇਹ ਬਾਹਰਲਾ ਰਸਤਾ ਜਿਹੜਾ ਆ ਤੁਹਾਡਾ ਜਿਹੜਾ ਬਾਹਰਲਾ ਰਸਤਾ ਤੁਸੀਂ ਜਾ ਸਕਦੇ ਆ, ਤੁਹਾਡੀ ਇੱਥੇ ਕੋਈ ਜ਼ਰੂਰਤ ਨਹੀਂ ਹੈ। ਤਾਂ ਜਾ ਕੇ ਸਾਹਿਬ ਕਾਂਸ਼ੀ ਰਾਮ ਜੀ ਨੇ ਉਹਨਾਂ ਨੇ ਮਹਾਰਾਸ਼ਟਰ ਛੱਡ ਕੇ ਫਿਰ ਉਹ ਉੱਤਰੀ ਭਾਰਤ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਦਿੱਲੀ ਦੇ ਵਿੱਚ ਮੱਧ ਪ੍ਰਦੇਸ਼ ਪੰਜਾਬ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਫਿਰ ਸਾਹਿਬ ਕਾਂਸ਼ੀ ਰਾਮ ਨੇ ਜਿਹੜਾ ਆ ਆਪਣੇ ਆਪ ਨੂੰ ਜਿਹੜਾ ਇੱਧਰਲੇ ਪਾਸੇ ਕੇਂਦਰਿਤ ਕੀਤਾ। ਔਰ ਉਹਨਾਂ ਨੇ ਫਿਰ ਉਹ ਤੋਂ ਬਾਅਦ ਜਿਹੜਾ ਆ 78 ਦੇ ਵਿੱਚ ਉਹ ਬਾਮਸੇਬ ਬਣਾਉਂਦੇ ਆ ਤੇ 81 ਦੇ ਵਿੱਚ ਜਿਹੜਾ DS4 ਬਣਾਉਂਦੇ ਆ ਤੇ 84 ਦੇ ਵਿੱਚ 14 ਅਪ੍ਰੈਲ 84 ਨੂੰ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਬਣਾ ਕੇ ਔਰ ਉਹਨਾਂ ਨੇ ਇੱਕ ਮਤਲਬ ਮਿਸਾਲ ਜਿਹੜੀ ਆ ਦੇਸ਼ ਦੇ ਅੰਦਰ ਜਿਹੜੀ ਪੈਦਾ ਕੀਤੀ। ਔਰ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਉਹਨਾਂ ਨੇ ਸਾਈਕਲ ਮਾਰਚ ਕਰਕੇ ਔਰ ਸਮਾਜ ਨੂੰ ਮਤਲਬ ਜਿਹੜਾ ਆ ਇਹ ਸੁਨੇਹਾ ਦਿੱਤਾ ਵੀ ਜੇ ਤੁਸੀਂ ਨਾ ਵਿਕਣ ਵਾਲੇ ਲੀਡਰ ਚਾਹੁੰਦੇ ਆ ਤਾਂ ਤੁਹਾਨੂੰ ਨਾ ਵਿਕਣ ਵਾਲਾ ਸਮਾਜ ਪੈਦਾ ਕਰਨਾ ਪਏਗਾ। ਸੋ ਇਸ ਲਈ ਮੈਂ ਸਮਝਦਾ ਕਿ ਸਮੇਂ ਦੇ ਨਾਲ ਜਿਹੜਾ ਆ ਸਮਾਂ ਜਿਹੜਾ ਇਹ ਕੁਦਰਤ ਦਾ ਜਿਹੜਾ ਅਸੂਲ ਵੀ ਆ ਕਿ ਸਮੇਂ ਦੇ ਨਾਲ ਜਿਹੜੀ ਆ ਤਬਦੀਲੀ ਜਿਹੜੀ ਆ ਉਹ ਹੁੰਦੀ ਆ ਤੇ ਕੁਦਰਤ ਦਾ ਵੀ ਨੇਚਰ ਦਾ ਵੀ ਜਿਹੜਾ ਉਹ ਸੁਭਾਅ ਆ ਕਿ ਜਿਹੜੀ ਸਮੇਂ ਦੇ ਨਾਲ ਤਬਦੀਲੀ ਹੁੰਦੀ ਆ। ਸੋ ਇਸ ਕਰਕੇ ਅੱਜ ਜਿਹੜੀ ਆਜ਼ਾਦ ਸਮਾਜ ਪਾਰਟੀ ਆ ਔਰ ਇਹ ਜਿਹੜੀ ਆ ਅੱਜ ਮਤਲਬ ਬਣੀ ਆ ਹੋਂਦ ਵਿੱਚ ਆਈ ਆ ਕਿਉਂਕਿ ਮੈਂ ਇਹ ਸਮਝਦਾ ਕਿ ਜਦੋਂ ਉੱਤਰ ਪ੍ਰਦੇਸ਼ ਦੇ ਵਿੱਚ ਜਦੋਂ ਬਹੁਜਨ ਸਮਾਜ ਪਾਰਟੀ ਦਾ ਸਮਾਜਵਾਦੀ ਪਾਰਟੀ ਦੇ ਨਾਲ ਸਮਝੌਤਾ ਸੀ ਔਰ ਸਮਝੌਤੇ ਰਾਹੀਂ ਪਾਰਲੀਮੈਂਟ ਦਾ ਇਲੈਕਸ਼ਨ ਲੜਿਆ ਗਿਆ ਔਰ ਉਹਦੇ ਵਿੱਚ 10 ਸੀਟਾਂ ਜਿਹੜੀਆਂ ਉਹ BSP ਜਿੱਤਦੀ ਆ ਤੇ 5 ਸੀਟਾਂ ਜਿਹੜੀ ਆ ਉਹ ਸਮਾਜਵਾਦੀ ਪਾਰਟੀ ਜਿੱਤਦੀ ਆ। ਲੇਕਿਨ ਪਾਰਲੀਮੈਂਟ ਦੇ ਇਲੈਕਸ਼ਨ ਤੋਂ ਬਾਅਦ ਇਮੀਡੀਏਟ ਜਿਹੜਾ ਆ ਉਹ ਭੈਣ ਮਾਇਆਵਤੀ ਨੇ ਜਿਹੜਾ ਆ ਉੱਥੇ ਸਮਝੌਤਾ ਤੋੜ ਦਿੱਤਾ ਕਿ ਸਾਡਾ ਕੋਈ ਸਮਝੌਤਾ ਨਹੀਂ ਰਹੇਗਾ ਸਮਾਜਵਾਦੀ ਪਾਰਟੀ ਨਾਲ ਔਰ ਅਸੀਂ ਇਕੱਲਿਆਂ ਜਿਹੜੀ ਆ ਉਹ ਆਪਾਂ ਇਲੈਕਸ਼ਨ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਲੜਾਂਗੇ। ਤੇ ਮੈਂ ਇਹ ਸਮਝਦਾ ਕਿ ਉਹ ਤੋਂ ਬਾਅਦ ਜਿਹੜਾ ਸਾਡੇ ਜਾਂ ਚੰਦਰ ਸ਼ੇਖਰ ਆਜ਼ਾਦ ਜੀ ਆ ਜਾਂ ਉਹਨਾਂ ਦੇ ਜਿਹੜੇ ਸਲਾਹਕਾਰ ਹੈ ਉਹਨਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਵੀ ਅਗਰ ਮਤਲਬ ਜਿਹੜਾ ਆ ਸਮਝੌਤਾ ਜਿਹੜਾ ਆ ਬਹੁਜਨ ਸਮਾਜ ਪਾਰਟੀ ਤੇ ਸਮਾਜਵਾਦੀ ਪਾਰਟੀ ਜਿਹੜੀ ਆ ਇਹ ਸਮਝੌਤਾ ਟੁੱਟ ਗਿਆ ਇਹ ਇਕੱਲੇ ਅਗਰ ਇਲੈਕਸ਼ਨ ਲੜਦੇ ਆ ਤਾਂ ਮਤਲਬ ਜਿਹੜੀ ਆ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੋਂ ਲਾਂਭੇ ਜਿਹੜਾ ਆ ਇਹਨੂੰ ਨਹੀਂ ਕੀਤਾ ਜਾ ਸਕਦਾ। ਸੋ ਇਸ ਕਰਕੇ ਮੈਂ ਜਿੱਦਾਂ ਮਹਿਸੂਸ ਕਰਦਾ ਵੀ ਮਤਲਬ ਜਿਹੜੀ ਆਜ਼ਾਦ ਸਮਾਜ ਪਾਰਟੀ ਹੋਂਦ ਵਿੱਚ ਆਈ ਆ ਔਰ ਉਹ ਜਿਹੜਾ ਮਾਇਆਵਤੀ ਜੀ ਦੀ ਜਿਹੜੀ ਮਤਲਬ ਜਿਹੜੀ ਕਮੀ ਆ ਔਰ ਜਿਹੜਾ ਰਾਜਨੀਤਿਕ ਜਿਹੜਾ ਸਮਝੌਤਾ ਸੀ ਸਮਾਜਵਾਦੀ ਪਾਰਟੀ ਦੇ ਨਾਲ ਔਰ ਉਸ ਕਮੀ ਨੂੰ ਪੂਰਾ ਕਰਨ ਦੇ ਲਈ ਜਿਹੜੀ ਆਜ਼ਾਦ ਸਮਾਜ ਪਾਰਟੀ ਹੋਂਦ ਵਿੱਚ ਆਈ ਆ ਤਾਂ ਕਿ ਕੁਝ ਵੀ ਹੋਵੇ ਮੈਂ ਤਾਂ ਇਹ ਸਮਝਦਾ ਕਿ ਇਹੀ ਮੁੱਦਾ ਜਿਹੜਾ ਆ ਉਹ ਹੋਣਾ ਚਾਹੀਦਾ ਆ ਔਰ ਇਹੀ ਮੁੱਦਾ ਹੋਏਗਾ ਉੱਤਰ ਪ੍ਰਦੇਸ਼ ਹੋਵੇ ਚਾਹੇ ਪੰਜਾਬ ਹੋਵੇ ਚਾਹੇ ਪੂਰੇ ਭਾਰਤ ਵਿੱਚ ਹੋਵੇ ਔਰ ਜਿਹੜੀ ਵੀ ਪਾਰਟੀ ਮਤਲਬ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੋਂ ਦਫਾ ਕਰਦੀ ਆ ਲਾਂਭੇ ਕਰੇਗੀ ਔਰ ਉਸ ਪਾਰਟੀ ਨੂੰ ਲੋਕ ਵੋਟ ਦੇਣਗੇ ਔਰ ਇਹੀ ਕੁਝ ਜਿਹੜਾ ਆ ਇਹ ਵਾਪਰਨ ਵਾਲਾ ਆ ਦੇਸ਼ ਦੇ ਅੰਦਰ। ਸਰ ਜੇ ਆਪਾਂ ਗੱਲ ਕਰੀਏ ਤੁਸੀਂ ਚਲੋ ਅੱਜ ਕਹਿੰਦੇ ਕਿ ਤੁਹਾਨੂੰ ਇਹਨਾਂ ਨੇ ਆਜ਼ਾਦ ਸਮਾਜ ਪਾਰਟੀ ਦਾ ਕਾਨਫਰੰਸ ਹੋਣ ਤੋਂ ਬਾਅਦ ਤੁਹਾਨੂੰ ਬੁਲਾਇਆ ਪਰ ਤੁਸੀਂ ਕੋਈ ਪਰਸਨਲ ਖੁਦ ਤੁਸੀਂ 16 ਸਾਲਾਂ ਦੇ ਵਿੱਚ ਕੋਈ ਖੁਦ ਯਤਨ ਕੀਤੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਲਈ? ਦੇਖੋ ਜਿੱਥੋਂ ਤੱਕ ਯਤਨਾਂ ਦਾ ਸਵਾਲ ਹੈ ਮੈਂ ਸਮਝਦਾ ਕਿ 2007 ਦੇ ਇਲੈਕਸ਼ਨ ਤੋਂ ਬਾਅਦ ਔਰ ਇਮੀਡੀਏਟ ਜਦੋਂ ਪੰਜਾਬ ਦੇ ਵਿੱਚ ਮਤਲਬ ਰਾਜਨੀਤਿਕ ਤਬਦੀਲੀ ਹੋਈ ਜਦੋਂ BSP ਦੇ ਪ੍ਰਧਾਨ ਜਿਹੜਾ ਆ ਉਹ ਗੁਰਲਾਲ ਸੈਲਾ ਜੀ ਨੂੰ ਜਿਸ ਵੇਲੇ ਲਾਇਆ ਗਿਆ ਤੇ ਤਾਂ ਪੰਜਾਬ ਦੇ ਵਿੱਚ ਜਿਹੜਾ ਸੀ ਉਹਦਾ ਵੱਡੇ ਲੈਵਲ ਤੇ ਵਿਰੋਧ ਹੋ ਗਿਆ ਪੁਤਲੇ ਸਾੜੇ ਫੂਕੇ ਜਾਣ ਲੱਗ ਪਏ
ਤਾਂ ਜਦੋਂ ਭੈਣ ਮਾਇਆਵਤੀ ਜੀ ਨੇ ਦਿੱਲੀ ਦੇ ਵਿੱਚ ਜਿਹੜਾ ਆ ਉਹ ਮੀਟਿੰਗ ਬੁਲਾਈ ਪੰਜਾਬ ਦੀ, ਤਾਂ ਮੈਨੂੰ ਵੀ ਸਾਥੀਆਂ ਨੇ ਕਿਹਾ ਵੀ ਸੁੰਗੜਾ ਜੀ ਵੀ ਤੁਸੀਂ ਵੀ ਮਤਲਬ ਜਿਹੜਾ ਆ ਉੱਥੇ ਜਿਹੜਾ ਆ ਚੱਲੋ ਸਾਡੇ ਨਾਲ ਦਿੱਲੀ, ਵੀ ਸ਼ਾਇਦ ਉੱਥੇ ਜਾ ਕੇ ਜਿਹੜੀ ਆ ਗੱਲਬਾਤ ਬਣ ਜਾਏ। ਔਰ ਮੈਂ ਇਹ ਵੀ ਸਾਥੀਆਂ ਨੂੰ ਕਿਹਾ, ਔਰ ਜਿਹਦੇ ਗਵਾਹ ਡਾਕਟਰ ਸੁਖੀ ਜਿਹੜੇ ਅੱਜ ਕੱਲ੍ਹ ਬੰਗਿਆਂ ਤੋਂ ਅਕਾਲੀ ਦਲ ਦੇ MLA ਆ, ਉਹ ਵੀ ਉਸ ਵੇਲੇ BSP ਦੇ ਵਿੱਚ ਸੀ, ਔਰ ਹੋਰ ਵੀ ਜਿਹੜੇ ਬਹੁਤ ਸਾਰੇ ਜਿਹੜੇ ਸਾਥੀ ਸੀਗੇ। ਮੈਂ ਇੱਥੋਂ ਤੱਕ ਵੀ ਕਿਹਾ ਵੀ ਅਗਰ ਮੇਰੀ ਕੋਈ ਮੇਰੇ ਤੋਂ ਭੁੱਲ ਹੋ ਗਈ ਆ, ਕੋਈ ਗਲਤੀ ਜਿਹੜੀ ਹੋ ਗਈ ਆ, ਜੇ ਉਹਦੇ ਲਈ ਮੈਨੂੰ ਮਤਲਬ ਜਿਹੜਾ ਆ ਜੇ ਮਾਇਆਵਤੀ ਜੀ ਇਹ ਕਹਿਣ ਵੀ ਸੁੰਗੜਾ ਜੀ ਤੁਸੀਂ ਜਿਹੜਾ ਆ ਕੋਈ ਗਲਤੀ ਜਿਹੜੀ ਆ ਤੁਹਾਡੀ, ਤੁਸੀਂ ਇਹਦੇ ਲਈ ਬਦਲੇ ਐਫੀਡੈਵਿਟ ਦਿਓ, ਤੁਸੀਂ ਜੋ ਮਤਲਬ ਗਲਤੀ ਕੀਤੀ ਹੋਈ ਆ ਤੁਹਾਤੋਂ, ਤਾਂ ਮੈਂ ਕਿਹਾ ਜੇ ਮੈਨੂੰ ਐਫੀਡੈਵਿਟ ਵੀ ਦੇਣਾ ਪਵੇ ਮੈਂ ਤਾਂ ਵੀ ਮਤਲਬ BSP ਜਿਹੜੀ ਆ ਉਹ ਜੁਆਇਨ ਕਰਨ ਲਈ ਤਿਆਰ ਹੈ। ਔਰ ਜਦੋਂ ਇਹ ਗੱਲ ਜਿਹੜੀ ਆ ਉਹ ਜਿਹੜਾ ਪੰਜਾਬ ਦਾ ਪ੍ਰਭਾਰੀ ਨਰਿੰਦਰ ਕਸ਼ਪ ਜੀ ਦੇ ਕੋਲ ਮਤਲਬ ਜਿਹੜੀ ਆ ਗੱਲ ਰੱਖੀ ਡਾਕਟਰ ਸੁਖੀ ਜੀ ਨੇ, ਵੀ ਮੈਨੂੰ ਪਤਾ ਲੱਗਾ ਵੀ ਸੁੰਗੜਾ ਜੀ ਜਿਹੜੇ ਆ ਮੈਨੂੰ ਮਿਲੇ ਤਾਂ ਹੈ ਨਹੀਂ, ਵੀ ਉਹ ਵੀ ਦਿੱਲੀ ਆਏ ਆ, ਵੀ ਉਹ ਕਹਿ ਰਹੇ ਆ ਵੀ ਜੇ ਮੈਨੂੰ ਕਿਸੇ ਵੀ ਸ਼ਰਤ ਦੇ ਉੱਤੇ ਜਿਹੜਾ ਆ ਲੰਘ ਕੇ ਜਿਹੜਾ ਮੈਨੂੰ ਜੇ BSP ਜਿਹੜੇ ਜਾਣਾ ਪਿਆ ਤਾਂ ਮੈਂ BSP ਦੇ ਵਿੱਚ ਜਿਹੜਾ ਜਾਣਾ ਚਾਹੁੰਦਾ ਆ ਤੇ ਮੈਂ ਕੰਮ ਕਰਨਾ ਚਾਹੁੰਦਾ ਆ। ਤੇ ਜਿਹੜੇ ਪ੍ਰਭਾਰੀ ਸੀਗੇ ਨਰਿੰਦਰ ਕਸ਼ਪ, ਉਹਨਾਂ ਨੇ ਕਿਹਾ ਵੀ ਇਹ ਤਾਂ ਬਹੁਤ ਅੱਛੀ ਬਾਤ ਹੈ। ਔਰ ਉਹ ਤੋਂ ਬਾਅਦ ਮਤਲਬ ਇਸ ਤਰ੍ਹਾਂ ਦਾ ਜਿਹੜਾ ਉੱਥੇ ਵਾਤਾਵਰਨ ਬਣਾ ਦਿੱਤਾ ਗਿਆ, ਤਾਂ ਭੈਣ ਕੁਮਾਰੀ ਮਾਇਆਵਤੀ ਜੀ ਦੀ ਜਿਸ ਵੇਲੇ ਉੱਥੇ ਉਹਨਾਂ ਨੇ ਮੀਟਿੰਗ ਨੂੰ ਸੰਬੋਧਨ ਕੀਤਾ ਤਾਂ ਮਾਇਆਵਤੀ ਜੀ ਨੇ ਕਿਹਾ ਕਿ जिसको एक बार पार्टी से निकाल दिया उसकी 7 पीढ़ियों में से भी किसी को पार्टी में नहीं लिया जाएगा। ਤਾਂ ਇਸ ਕਰਕੇ ਉਸ ਵੇਲੇ ਜਿੱਦਾਂ ਦੇ ਅਸੀਂ ਮੂੰਹ ਲੈ ਕੇ ਉੱਥੇ ਗਏ ਸੀ ਤਾਂ ਉੱਥੋਂ ਅਸੀਂ ਵਾਪਸ ਆ ਗਏ। ਉਹ ਤੋਂ ਬਾਅਦ ਫਿਰ ਜਿਹੜਾ ਆ ਪਾਰਲੀਮੈਂਟ ਦਾ ਜਿਹੜਾ ਇਲੈਕਸ਼ਨ ਹੈ ਜਿਹੜਾ ਹੋਇਆ ਆਪਣੇ ਹੋ ਕੇ ਵੜਿਆ, ਰੀਸੈਂਟ ਹੋ ਕੇ ਹਟਿਆ ਜੀ। ਇਹਦੇ ਵਿੱਚ ਕਿਉਂਕਿ ਮੁੱਦਾ ਸੀ ਕਿ ਭੈਣ ਮਾਇਆਵਤੀ ਜਿਹੜੀ ਉਹ ਦੇਸ਼ ਦੀ ਪ੍ਰਧਾਨ ਮੰਤਰੀ ਜਿਹੜੀ ਆ ਉਹ ਬਣਨੀ ਚਾਹੀਦੀ ਆ, ਤੇ ਅਸੀਂ ਦੇਖਣਾ ਚਾਹੁੰਦੇ ਆ ਜਿਹੜਾ ਬਹੁਜਨ ਸਮਾਜ ਹੈ। ਤੇ ਮੈਂ ਅਨਕੰਡੀਸ਼ਨਲ ਜਿਹੜਾ ਆ ਬਿਨਾਂ ਕਿਸੇ ਸ਼ਰਤ ਤੋਂ ਜਿਹੜਾ ਮੈਂ ਪਿੰਡ ਜਾ ਕੇ ਪੂਰੇ ਦੁਆਬੇ ਦੇ ਵਿੱਚ ਮੈਂ ਬਹੁਜਨ ਸਮਾਜ ਪਾਰਟੀ ਦੇ ਲਈ ਜਿਹੜਾ ਅਨਕੰਡੀਸ਼ਨਲ ਜਾ ਕੇ ਜਿਹੜਾ ਪ੍ਰਚਾਰ ਕੀਤਾ। ਔਰ ਇਹਦੀ ਗਵਾਹ ਵੀ ਆ ਸਾਰੀ ਮਤਲਬ ਜਿਹੜੇ ਲੋਕ ਜਿਹੜੇ ਆ ਵਰਕਰ ਜਿਹੜੇ ਆ ਕਿ ਉਹਦੇ ਨਾਲ ਜਿਹੜਾ ਆ ਮਤਲਬ ਇੱਕ ਵਜ੍ਹਾ ਕਾਰਨ ਇਹ ਵੀ ਰਿਹਾ ਆ ਕਿ ਜਿਹੜੀ ਦੁਆਬੇ ਦੇ ਵਿੱਚ ਜਿਹੜਾ ਆ ਵੋਟ ਬੈਂਕ BSP ਦਾ ਜਿਹੜਾ ਅਪ ਹੋਇਆ, ਤੇ ਉਹ ਜਿਹੜਾ ਕਾਰਨ ਜਿਹੜਾ ਇੱਕ ਇਹ ਵੀ ਆ ਕਿ ਮੈਂ ਜਿਹੜਾ ਅਨਕੰਡੀਸ਼ਨਲ ਜਿਹੜਾ ਆ ਉਹ BSP ਦੇ ਮੰਚਾਂ ਦੇ ਉੱਤੇ ਜਾ ਕੇ ਜਿਹੜਾ ਆ ਸਮਰਥਨ ਕੀਤਾ ਆ। ਸੋ ਇਸ ਕਰਕੇ 2017 ਦੇ ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲਾਂ ਜਿਹੜੇ ਸਾਹਿਬ ਕਾਂਸ਼ੀ ਰਾਮ ਜੀ ਦੇ ਛੋਟੇ ਭੈਣ ਜੀ ਆ, ਮੈਂ ਉਹਨਾਂ ਦੇ ਜਾ ਕੇ ਗੋਡੇ ਫੜੇ, ਜਿਹੜੇ ਸੁਲਖੀਆਂ ਪਿੰਡ ਵਾਲੇ ਆ, ਮੈਂ ਉਹਨਾਂ ਦੇ ਜਾ ਕੇ ਗੋਡੇ ਫੜੇ, ਮੈਂ ਉਹਨਾਂ ਦੇ ਕੋਲ ਰੋਇਆ ਵੀ ਭੈਣ ਜੀ ਮੈਂ BSP ਦੇ ਵਿੱਚ ਜਾਣਾ ਚਾਹੁੰਦਾ, ਮੈਂ ਕੰਮ ਕਰਨਾ ਚਾਹੁੰਦਾ ਆ। ਤੇ ਲੇਕਿਨ ਉਹ ਤੋਂ ਬਾਅਦ ਉਹਨਾਂ ਨੇ ਮੈਨੂੰ ਜਿਹੜਾ ਆ ਉਹ ਸਰਦਾਰ ਹੁਕਮ ਸਿੰਘ ਜਿਹਨਾਂ ਦੀ ਪਿੱਛੇ ਜੇ ਮੌਤ ਹੋ ਚੁੱਕੀ ਆ, ਉਹ ਸਾਹਿਬ ਕਾਂਸ਼ੀ ਰਾਮ ਦੇ ਮਾਮਾ ਜੀ ਦੇ ਲੜਕੇ ਸੀ, ਉਹਨਾਂ ਨੇ ਮੈਨੂੰ ਉਹਨਾਂ ਦੇ ਕੋਲ ਭੇਜ ਦਿੱਤਾ। ਮੈਂ ਦੂਜੇ ਦਿਨ ਹੀ ਉਹਨਾਂ ਦੇ ਕੋਲ ਚਲਾ ਗਿਆ ਸਰਦਾਰ ਹੁਕਮ ਸਿੰਘ ਹੋਰਾਂ ਦੇ ਕੋਲ, ਤੇ ਉਹਨਾਂ ਦੇ ਜਾ ਕੇ ਵੀ ਮੈਂ ਮਤਲਬ ਜਾ ਕੇ ਬਜ਼ੁਰਗ ਦੇ ਉਹਨਾਂ ਦੇ ਪੈਰ ਫੜੇ, ਜਦੋਂ ਕਿ ਉਹ ਮੈਨੂੰ ਬਹੁਤ ਚੰਗੀ ਤਰ੍ਹਾਂ ਮੈਨੂੰ ਅੱਛੀ ਤਰ੍ਹਾਂ ਮਤਲਬ ਜਿਹੜੇ ਮੇਰੇ ਕੰਮ ਤੋਂ ਮੇਰੇ ਹਰ ਤਰ੍ਹਾਂ ਨਾਲ ਵਾਕਫ ਸੀ। ਤੇ ਮੈਂ ਉਹਨਾਂ ਨੂੰ ਜਾ ਕੇ ਰਿਕੁਐਸਟ ਕੀਤੀ, ਮੈਂ ਕਿਹਾ ਬਾਪੂ ਜੀ ਵੀ ਦੇਖੋ ਤੁਸੀਂ ਭੈਣ ਮਾਇਆਵਤੀ ਦੇ ਲਾਗੇ ਆ, ਤੇ ਮੇਰੀ ਬੇਨਤੀ ਆ ਕਿ ਬਹੁਤ ਸਮਾਂ ਹੋ ਗਿਆ ਮੈਨੂੰ ਮਤਲਬ ਜਿਹੜਾ ਧੱਕੇ ਖਾਂਦੇ ਨੂੰ, ਮੈਨੂੰ ਪਾਰਟੀ ਤੋਂ ਬਾਹਰ ਇੰਨਾ ਸਮਾਂ ਹੋ ਗਿਆ, ਤੇ ਮੈਂ ਚਾਹੁੰਦਾ ਕਿ ਮੈਂ ਪਾਰਟੀ ਦੇ ਵਿੱਚ ਜਿਹੜਾ ਆ ਉਹ ਜਾਵਾਂ ਤੇ ਪਾਰਟੀ ਦੇ ਲਈ ਮੈਂ ਸਮਾਜ ਦੇ ਲਈ ਕੰਮ ਕਰਾਂ। ਤੇ ਲੇਕਿਨ ਸਮਾਜ ਦੀ ਵੀ ਇਹੀ ਚਾਹਤ ਹੈ ਕਿ ਸੁੰਗੜਾ ਜਿਹੜਾ ਆ ਉਹ ਸਮਾਜ ਦੇ ਵਿੱਚ ਜਿਹੜਾ ਆ ਸਮਾਜ ਦੀ ਮੁੱਖ ਧਾਰਾ ਵਿੱਚ ਪਾਰਟੀ ਵਿੱਚ BSP ਦੇ ਵਿੱਚ ਆਉਣਾ ਚਾਹੀਦਾ ਆ। ਤੇ ਇਸ ਲਈ ਮੈਂ ਵੀ ਮੇਰੀ ਵੀ ਮਤਲਬ ਜਿਹੜੀ ਆ ਉਹ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਮੈਂ ਤੁਹਾਡੇ ਕੋਲ ਜਿਹੜੀ ਆਇਆ ਤੁਹਾਨੂੰ ਰਿਕੁਐਸਟ ਮੈਂ ਕਰ ਰਿਹਾ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਠੀਕ ਹੈ ਅਸੀਂ ਜਿਹੜਾ ਮਾਇਆਵਤੀ ਜੀ ਨਾਲ ਗੱਲ ਕਰਾਂਗੇ, ਮਤਲਬ ਜਿਹੜਾ ਉਹਨਾਂ ਤੱਕ ਗੱਲ ਪਹੁੰਚਾਵਾਂਗੇ। ਲੇਕਿਨ ਉਹ ਤੋਂ ਬਾਅਦ ਜਿਹੜਾ ਆ ਕੋਈ ਇਸ ਤਰ੍ਹਾਂ ਦਾ ਜਿਹੜੀ ਗੱਲ ਜਿਹੜੀ ਆ ਉਹ ਉਹਨਾਂ ਤੱਕ ਨਹੀਂ ਪਹੁੰਚੀ ਜਾਂ ਪਹੁੰਚੀ, ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ। ਲੇਕਿਨ ਜਿਹੜਾ ਸਭ ਤੋਂ ਵੱਡੀ ਜਿਹੜੀ ਗਵਾਹੀ ਆ ਉਹ ਇਹ ਆ ਕਿ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਜਿਹੜਾ ਮੈਨੂੰ ਇਸ ਵੱਡੇ ਲੈਵਲ ਦੇ ਉੱਤੇ ਜਿਹੜਾ ਮੈਂ ਕੰਮ ਕੀਤਾ ਬਹੁਜਨ ਸਮਾਜ ਪਾਰਟੀ ਦੇ ਲਈ। ਲੇਕਿਨ ਉਹ ਤੋਂ ਬਾਅਦ ਜਦੋਂ ਆ ਪਿਛਲੇ ਸਾਲ ਜਿਹੜਾ ਨਵਾਂ ਸ਼ਹਿਰ ਦਾ ਜਿਹੜਾ ਆ ਉਹ ਐਪੀਸੋਡ ਹੋਇਆ, ਜਿਹੜਾ ਮੇਰੇ ਖਿਲਾਫ ਪਰਚਾ ਜਦੋਂ ਦਰਜ ਹੋਇਆ, ਤਾਂ ਉਹਦੇ ਵਿੱਚ ਜਿਹੜਾ ਬਹੁਜਨ ਸਮਾਜ ਪਾਰਟੀ ਦਾ ਹੀ ਮਤਲਬ ਜਿਹੜਾ ਇਹ ਰੋਲ ਸੀਗਾ ਕਿ ਪ੍ਰਸ਼ਾਸਨ ਨੇ BSP ਦੇ ਮਤਲਬ ਆਗੂਆਂ ਨੂੰ ਬੁਲਾ ਕੇ ਉਹਨਾਂ ਨੂੰ ਮਤਲਬ ਪੁੱਛਿਆ ਵੀ ਇਹ ਜਿਹੜਾ ਸੁੰਗੜਾ ਆ ਸਾਬਕਾ MLA ਆ ਵੀ ਜਿਨ੍ਹਾਂ ਨੇ ਵਿਵਾਦਤ ਜਿਹੜਾ ਕੁਛ ਮਤਲਬ ਬੋਲ ਦਿੱਤਾ ਆ ਕੋਈ ਮਤਲਬ ਧਰਮ ਦੇ ਕਿਸੇ ਦੂਸਰੇ ਦੇ ਬਾਰੇ ਦੇ ਵਿੱਚ, ਵੀ ਇਹਦੇ ਬਾਰੇ ਮਤਲਬ ਤੁਹਾਡੀ ਕੀ ਰਾਏ ਆ BSP ਵਾਲਿਆਂ ਦੀ। ਤਾਂ ਉੱਥੇ BSP ਵਾਲਿਆਂ ਨੇ ਮਤਲਬ ਕਿਹਾ
DC ਦੇ SSP ਦੇ ਕੋਲ ਮਤਲਬ ਪਈ ਸੂੰਗੜੇ ਨੂੰ ਅਸੀਂ ਪਾਰਟੀ ਦੇ ਵਿੱਚੋਂ ਕੱਢਿਆ ਹੋਇਆ। ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਮੈਂ ਉਹ ਜਿਨ੍ਹਾਂ ਨੇ ਇਹ ਗੱਲ ਕਹੀ ਉੱਥੇ ਪਈ ਸੂੰਗੜੇ ਨੂੰ ਅਸੀਂ ਪਾਰਟੀ ਵਿੱਚੋਂ ਕੱਢਿਆ ਹੋਇਆ, ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਤੁਸੀਂ ਜੋ ਮਰਜ਼ੀ ਕਰ ਸਕਦੇ ਆ। ਉਹ ਤੋਂ ਬਾਅਦ ਹੀ ਜਿਹੜਾ ਪ੍ਰਸ਼ਾਸਨ ਨੇ ਮੇਰੇ ਖਿਲਾਫ ਪਰਚਾ ਦਰਜ ਕੀਤਾ ਔਰ ਜਦੋਂ ਮਤਲਬ ਉੱਥੇ ਲੋਕਾਂ ਨੇ ਮਤਲਬ ਜਿਹੜਾ ਮੇਰੇ ਹੱਕ ਦੇ ਵਿੱਚ ਧਰਨਾ ਲਾ ਕੇ ਜਦੋਂ ਪ੍ਰਸ਼ਾਸਨ ਨੂੰ ਮਤਲਬ ਜਿਹੜਾ ਆ ਉੱਥੇ ਗੋਡਣੀਆਂ ਭਾਰ ਜਿਹੜਾ ਆ ਲੋਕਾਂ ਨੇ ਕਰ ਲਿਆ ਤਾਂ ਫਿਰ ਬਹੁਜਨ ਸਮਾਜ ਪਾਰਟੀ ਦੇ ਮਤਲਬ ਜਿਹੜਾ ਵੱਲੋਂ ਬਿਆਨ ਆ ਗਿਆ ਕਿ ਸਾਡਾ ਜਿਹੜਾ ਆ ਇਸ ਧਰਨੇ ਨਾਲ ਕੋਈ ਸੰਬੰਧ ਨਹੀਂ ਹੈ, ਸਾਡਾ ਇਸ ਜਿਹੜਾ ਅੰਦੋਲਨ ਦੇ ਨਾਲ ਕੋਈ ਸੰਬੰਧ ਨਹੀਂ ਹੈ ਤੇ ਇਸ ਕਰਕੇ ਸੂੰਗੜੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਠੀਕ ਹੈ ਗੱਲ। ਅਤੇ ਫਿਰ ਇਹ ਵੀ ਉਹਨਾਂ ਨੇ ਮਤਲਬ ਬਿਆਨ ਆਇਆ ਅਧਿਕਾਰਤ ਤੌਰ ਦੇ ਉੱਤੇ ਬਹੁਜਨ ਸਮਾਜ ਪਾਰਟੀ ਦਾ ਵੀ ਜਿਹੜਾ ਬੰਦਾ ਕੋਈ ਵੀ ਬੰਦਾ ਜਿਹੜਾ ਕਿਸੇ ਧਰਮ ਦਾ ਅਪਮਾਨ ਕਰਦਾ ਆ, ਸਾਡਾ ਬਹੁਜਨ ਸਮਾਜ ਪਾਰਟੀ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸੋ ਮੈਂ ਇਹ ਸਮਝਦਾ ਕਿ ਅੱਜ ਜਿਹੜਾ ਇਹ ਇੱਕ ਮਤਲਬ ਜਿਹੜਾ ਹੁਣ ਮਤਲਬ ਜਿਹੜੀ ਇਹਨਾਂ ਨੂੰ ਯਾਦ ਆਈ ਆ 16 ਸਾਲਾਂ ਬਾਅਦ ਔਰ ਮੈਨੂੰ ਮਤਲਬ ਜਿਹੜਾ ਆ ਹੁਣ ਜਿਹੜਾ ਆ ਇਹ ਫੋਰਸ ਕੀਤਾ ਜਾ ਰਿਹਾ ਕਿਉਂਕਿ ਉਹ ਤੋਂ ਬਾਅਦ ਜਿਹੜੀ ਆ ਇੱਕ ਖਬਰ ਲੱਗ ਜਾਂਦੀ ਆ ਪਰਸੋਂ ਚੌਥ ਨਵੇਂ ਸ਼ਹਿਰ ਤੋਂ ਇੱਕ ਖਬਰ ਲੱਗ ਜਾਂਦੀ ਆ ਭਈ ਬਹੁਜਨ ਸਮਾਜ ਪਾਰਟੀ ਟੁੱਟੀਆਂ ਗੰਢਣਾਂ ਦੇ ਉੱਤੇ ਮਤਲਬ ਜਿਹੜਾ ਆ ਹੁਣ ਇਸ ਵੇਲੇ ਲੱਗੀ ਹੋਈ ਆ, ਕੰਮ ਕਰ ਰਹੀ ਆ ਭਈ ਸ਼ਿੰਗਾਰਾ ਰਾਮ ਸੂੰਗੜੇ ਨੂੰ ਪਾਰਟੀ ਦੇ ਵਿੱਚ ਲਿਆਉਣ ਦੀਆਂ ਜਿਹੜੀਆਂ ਕਿਆਸਰਾਈਆਂ ਜਿਹੜੀਆਂ ਉਹ ਚੱਲ ਰਹੀਆਂ ਆ। ਔਰ ਮੇਰੇ ਤੱਕ ਵੀ ਜਦੋਂ ਮਤਲਬ ਪਤਾ ਲੱਗਿਆ ਤਾਂ ਬਹੁਤ ਸਾਰੇ ਲੋਕਾਂ ਨੇ ਮੇਰੇ ਨਾਲ ਸੰਪਰਕ ਕੀਤਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤਾਂ 16 ਸਾਲ ਤੋਂ ਮਤਲਬ ਜਿਹੜਾ ਆ ਇਸ ਗੱਲ ਦੇ ਲਈ ਨਹਾ ਧੋ ਕੇ ਜਿਹੜਾ ਆ ਤਿਆਰ ਹੋ ਕੇ ਬੈਠਾ ਸੀ ਵੀ ਮੈਨੂੰ ਕਦੋਂ ਮਤਲਬ ਸੱਦਾ ਆਵੇ ਤਾਂ ਮੈਂ ਬਹੁਜਨ ਸਮਾਜ ਪਾਰਟੀ ਦੇ ਵਿੱਚ ਜਾਵਾਂ। ਪਰ ਜਦੋਂ ਹੁਣ ਮਤਲਬ ਆਜ਼ਾਦ ਸਮਾਜ ਪਾਰਟੀ ਦੇ ਵਿੱਚ ਸਾਨੂੰ ਮਤਲਬ ਜਿਹੜਾ 16 ਤਰੀਕ ਨੂੰ ਏਡੀ ਵੱਡੀ ਜ਼ਿੰਮੇਵਾਰੀ, ਏਡਾ ਵੱਡਾ ਮਾਣ ਸਨਮਾਨ, ਹਾਲਾਂਕਿ ਇਹ ਕੋਈ ਮੈਂ ਸਮਝਦਾ ਕਿ ਜਿਹੜਾ ਵੀ ਮੁੱਖ ਮੰਤਰੀ ਮੈਂ ਤਾਂ ਸਮਝਾਂ ਵੀ ਇੱਕ ਮਜ਼ਾਕ ਹੀ ਦੇ ਤੌਰ ਦੇ ਉੱਤੇ ਹੀ ਸਮਝਾਂਗੇ ਆਪਾਂ ਭਈ ਉਹ ਜਿੱਦਾਂ ਕਹਿੰਦੇ ਕਣਕ ਖੇਤ ਤੇ ਕੀ ਕਹਿੰਦੇ ਹੁੰਦੇ ਕੁੜੀ ਪੇਟ ਕਣਕ ਖੇਤ ਤੇ ਆ ਜਵਾਈਆ ਮੰਡੇ ਖਾ ਵੀ ਅਜੇ ਤਾਂ ਅਜੇ ਇੱਕ ਕਦਮ ਨਹੀਂ ਚੱਲਿਆ ਅਸੀਂ ਤੇ ਜਿਹੜਾ ਮਤਲਬ ਵੀ ਸੂੰਗੜਾ ਜੀ ਜਿਹੜੇ ਆ ਪੰਜਾਬ ਦੇ ਜਿਹੜੇ ਆ ਉਹ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਤਾਂ ਅਜੇ ਤਾਂ ਮੈਨੂੰ ਵੀ ਇਹ ਮਤਲਬ ਗੱਲ ਜਿਹੜੀ ਆ ਉਹ ਥੋੜੀ ਦੂਜੀ ਲੱਗਦੀ ਆ। ਕਿਤੇ ਜੇ ਆਪਾਂ ਗੱਲ ਕਰੀਏ ਤੁਸੀਂ ਕਿਤੇ ਅਹੁਦੇਦਾਰੀ ਦੇ ਕਰਕੇ ਤਾਂ ਨਹੀਂ ਹੁਣ ਤੁਹਾਡੇ ਦਿਲ ਦੇ ਵਿੱਚ ਕਿ ਮੈਨੂੰ ਹੁਣ ਅਹੁਦਾ ਮਿਲ ਗਿਆ ਹੁਣ ਮੈਂ ਬਸਪਾ ਨੂੰ ਮਤਲਬ ਨਾ ਹੀ ਜਾਵਾਂ ਉੱਧਰ? ਨਹੀਂ, ਇਸ ਤਰ੍ਹਾਂ ਦੀ ਮੇਰੇ ਮਨ ਦੇ ਵਿੱਚ ਕੋਈ ਗੱਲ ਨਹੀਂ ਹੈ ਕਿਉਂਕਿ ਦੇਖੋ ਜਿੰਨਾ ਚਿਰ ਬਹੁਜਨ ਸਮਾਜ ਪਾਰਟੀ ਦਾ ਬਦਲ ਨਹੀਂ ਸੀਗਾ ਜੀ ਉਸ ਵੇਲੇ ਬਹੁਜਨ ਸਮਾਜ ਪਾਰਟੀ ਵੀ ਜਿਹੜੀ ਆਮ ਦੀਆਂ ਮਨਮਾਨੀਆਂ ਸੀ ਜੀ। ਠੀਕ ਹੈ ਜੀ ਗੱਲ ਵੀ ਜਿਹਨੂੰ ਮਰਜ਼ੀ ਕਰ ਦਿੱਤਾ, ਜਿਹਨੂੰ ਮਰਜ਼ੀ ਕਿੱਕ ਆਊਟ ਕਰ ਦਿੱਤਾ, ਜਿਹਨੂੰ ਮਰਜ਼ੀ ਬਾਹਰ ਕੱਢ ਕਰ ਦਿੱਤਾ। ਹੁਣ ਭੈਣ ਮਾਇਆਵਤੀ ਜੀ ਦਾ ਬਿਆਨ ਜਿਹੜਾ ਆ ਦੈਨਿਕ ਭਾਸਕਰ ਵਿੱਚ ਪੜ੍ਹਨੇ ਨੂੰ ਮਤਲਬ ਮਿਲ ਰਿਹਾ ਪਰਸੋਂ ਦਾ ਭਈ ਮੇਰਠ ਤੋਂ ਲੱਗਾ ਹੋਇਆ ਬਿਆਨ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਬਹੁਜਨ ਸਮਾਜ ਪਾਰਟੀ ਦੇ ਵਿੱਚੋਂ ਬਾਹਰ ਮਤਲਬ ਜਿਹੜੇ ਆਗੂ ਆ ਜਿਹਨਾਂ ਨੂੰ ਬਾਹਰ ਕੱਢਿਆ ਗਿਆ ਜਾਂ ਬਾਹਰ ਕੋਈ ਰੁੱਸ ਕੇ ਕੋਈ ਇੱਧਰ ਉੱਧਰ ਹੋਵੇ ਸਾਰਿਆਂ ਨੂੰ ਜਿਹੜਾ ਆ ਉਹ ਪਾਰਟੀ ਦੇ ਵਿੱਚ ਜਿਹੜਾ ਆ BSP ਦੇ ਵਿੱਚ ਮੋੜ ਕੇ ਲਿਆ ਜਾਵੇਗਾ ਜੀ। ਸਰ ਜਿਹੜੀ ਹੁਣ ਤੁਸੀਂ ਕਹਾਵਤ ਕਹਿ ਕੇ ਹਟੇ ਹੋ ਇਹਦਾ ਕੀ ਕਾਰਨ ਕੀ ਇਹ ਸਪਸ਼ਟ ਕਰੋ ਕਿ ਤੁਸੀਂ ਕਿਹਨੂੰ ਸੁਣਾਉਣਾ ਚਾਹੁੰਦੇ ਹੋ? ਕਿਉਂਕਿ ਮੈਂ ਤੁਹਾਡਾ ਧਿਆਨ ਰਤੂ ਸਾਹਿਬ ਪਿਛਲੀ ਗੱਲ ਦੇ ਉੱਤੇ ਤੁਹਾਡਾ ਲੈਣਾ ਚਾਹੁੰਦਾ ਕਿਉਂਕਿ ਜਿਹੜਾ ਸਾਨੂੰ ਮਤਲਬ 16 ਤਰੀਕ ਨੂੰ ਜਿਹੜਾ 3 ਵਜੇ ਪ੍ਰੈਸ ਕਾਨਫਰੰਸ ਹੁੰਦੀ ਆ ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਨੂੰ ਆਜ਼ਾਦ ਸਮਾਜ ਪਾਰਟੀ ਵੱਲੋਂ ਸਾਨੂੰ ਜਿਹੜਾ ਆ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਔਰ ਲਵਲੀ ਜੀ ਨੂੰ ਪ੍ਰਧਾਨ ਪੰਜਾਬ ਦਾ ਲਾਇਆ ਜਾਂਦਾ ਔਰ ਮੈਨੂੰ ਮਤਲਬ ਜਿਹੜਾ ਆ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਆਜ਼ਾਦ ਸਮਾਜ ਪਾਰਟੀ ਦਾ ਲਾਇਆ ਜਾਂਦਾ ਤੇ ਮੈਂ ਸਮਝਦਾ ਵੀ ਕਿਤੇ ਇਹ ਮਤਲਬ ਜਿਹੜਾ ਆ ਚੀਜ਼ ਨੂੰ ਮੁੱਖ ਰੱਖ ਕੇ ਜਿਹੜਾ ਕਿਤੇ ਮਤਲਬ ਇਸ ਤਰ੍ਹਾਂ ਦੀ ਕਿਤੇ ਖਲਬਲੀ ਜਿਹੜੀ ਆ ਤਾਂ ਨਹੀਂ ਮਹਿਸੂਸ ਜਿਹੜੀ ਕੀਤੀ ਗਈ ਵੀ ਜਿਹਦੇ ਕਰਕੇ ਬਹੁਜਨ ਸਮਾਜ ਪਾਰਟੀ ਨੂੰ ਇਹ ਲੱਗਿਆ ਵੀ ਜਿਹੜਾ ਆ ਬਹੁਜਨ ਸਮਾਜ ਪਾਰਟੀ ਦੇ ਇੱਕ ਬਦਲ ਦੇ ਰੂਪ ਦੇ ਵਿੱਚ ਕਿਉਂਕਿ ਮਤਲਬ ਜਿਹੜਾ ਆ ਸੂੰਗੜਾ ਕੋਈ ਮਤਲਬ ਇਸ ਜਾਣਕਾਰੀ ਦਾ ਮੁਤਾਜ ਤਾਂ ਹੈ ਨਹੀਂ ਮਤਲਬ ਸਮਾਜ ਦੇ ਲਈ ਪੂਰੇ ਪੰਜਾਬ ਦੇ ਅੰਦਰ ਔਰ ਮੈਂ 2 ਵਾਰ ਜਿਹੜਾ ਆ ਪੰਜਾਬ ਦੇ ਵਿੱਚ ਜਿਹੜੀ ਪੂਰੇ ਪੰਜਾਬ ਦੀ ਇੱਕ ਜਿਸ ਤਰ੍ਹਾਂ MLA ਜਿਹੜਾ ਆ ਉਹ ਇੱਕ ਹਲਕੇ ਦੀ ਨੁਮਾਇੰਦਗੀ ਕਰਦਾ, ਮੈਂ ਤਾਂ ਪੂਰੇ ਪੰਜਾਬ ਦੇ ਸਮਾਜ ਦੀ ਬਹੁਜਨ ਸਮਾਜ ਦੀ ਮੈਂ ਵਿਧਾਨ ਸਭਾ ਦੇ ਵਿੱਚ ਜਿਹੜਾ ਆ ਉਹ ਨੁਮਾਇੰਦਗੀ ਕੀਤੀ ਆ ਔਰ ਮੈਨੂੰ ਬੱਚਾ ਜਿਹੜਾ ਆ ਮੇਰੇ ਚਿਹਰੇ ਤੋਂ ਮੇਰੇ ਕੰਮ ਤੋਂ ਜਿਹੜਾ ਪੰਜਾਬ ਦਾ ਵਾਕਫ ਹੈ। ਸੋ ਇਸ ਕਰਕੇ ਮਤਲਬ ਇਹ ਮੈਂ ਸੋਚਦਾ ਕਿ ਵੀ ਕਿਤੇ ਜਿਹੜਾ ਆ ਵੀ ਜਿਹੜਾ ਇਹ ਬਰਾਬਰ ਜਿਹੜੀ ਆ ਇਹ ਇੱਕ ਜਿਹੜੀ ਆ ਧਿਰ ਜਿਹੜੀ ਆ ਬਣੀ ਆ ਆਜ਼ਾਦ ਸਮਾਜ ਪਾਰਟੀ ਵੀ ਬਹੁਜਨ ਸਮਾਜ ਪਾਰਟੀ ਨੂੰ ਇਹ ਨਾ ਕਿਤੇ ਇਹ ਤਾਂ ਨਹੀਂ ਲੱਗਦਾ ਵੀ ਮਤਲਬ ਜਿਹੜਾ ਆ ਵੀ ਸਾਡਾ ਜਿਹੜਾ ਮਤਲਬ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਸਾਡਾ ਜਿਹੜਾ ਆ ਉਹ ਪ੍ਰਭਾਵ ਜਿਹੜਾ ਆ
ਉਹ ਕਿਤੇ ਆਜ਼ਾਦ ਸਮਾਜ ਪਾਰਟੀ ਦੇ ਤਰਫ ਜਿਹੜਾ ਆ ਬਹੁਜਨ ਸਮਾਜ ਜਿਹੜਾ ਨਾ ਚਲਾ ਜਾਵੇ। ਤਾਂ ਇਹੀ ਮੈਂ ਇਹ ਸਮਝਦਾ ਆ ਕਿ ਮਤਲਬ ਜਿਹੜਾ ਆ ਅੱਜ ਲੋਕਾਂ ਦੇ ਵਿੱਚ ਇਹ ਬਹੁਤ ਵੱਡੀ ਜਿਹੜੀ ਆ ਮਤਲਬ ਜਿਹੜੀ ਆ ਬੇਤਾਬੀ ਆ ਔਰ ਉਤਸੁਕਤਾ ਆ ਲੋਕਾਂ ਦੇ ਅੰਦਰ। ਜਿੱਦਾਂ ਕੋਈ ਨਵਾਂ ਬ੍ਰਾਂਡ ਜਿਹੜਾ ਆ ਕਿਸੇ ਚੀਜ਼ ਦਾ ਮਾਰਕੀਟ ਦੇ ਵਿੱਚ ਆਉਂਦਾ ਆ, ਲੋਕਾਂ ਦੀ ਉਹਨਾਂ ਦੇ ਵੱਲ ਨੂੰ, ਨੌਜਵਾਨਾਂ ਦਾ ਜਿਹੜਾ ਉਸ ਵੱਲ ਨੂੰ ਜਿਹੜੀ ਆ ਉਹ ਖਿੱਚੇ ਜਾਂਦੇ ਆ। ਸੋ ਇਸ ਕਰਕੇ ਆਜ਼ਾਦ ਸਮਾਜ ਪਾਰਟੀ ਦੇ ਜਿਹੜੇ ਰਾਸ਼ਟਰੀ ਪ੍ਰਧਾਨ ਹੈ ਉਹ ਸਾਡੇ ਮਾਨਯੋਗ ਚੰਦਰ ਸ਼ੇਖਰ ਆਜ਼ਾਦ ਜੀ, ਉਹ ਇੱਕ ਖੁਦ ਮਤਲਬ ਜਿਹੜੇ ਆ ਮਤਲਬ ਜੰਗ ਮਤਲਬ ਜਿਹੜੇ ਆ ਦੂਸਰੇ ਦੇ ਮਤਲਬ ਜੰਗ ਨੌਜਵਾਨ ਜਿਹੜੇ ਸਾਥੀ ਆ, ਅਤੇ ਮਤਲਬ 30 ਸਾਲ ਤੋਂ ਅਜੇ ਉਹਨਾਂ ਦੀ ਉਮਰ ਵੀ ਜਿਹੜੀ ਅਜੇ ਘੱਟ ਵਾ। ਸੋ ਇਸ ਕਰਕੇ ਜਿਹੜਾ ਦੇਸ਼ ਦਾ ਬੱਚਾ ਜਿਹੜਾ ਆ ਬਹੁਜਨ ਸਮਾਜ ਦਾ, ਉਹ ਉਹਨਾਂ ਦੀ ਅਗਵਾਈ ਕਬੂਲਣ ਦੇ ਲਈ ਜਿਹੜਾ ਤਿਆਰ ਹੈ ਔਰ ਉਹਨਾਂ ਦੇ ਪਿੱਛੇ ਲੱਗ ਰਿਹਾ। ਅਤੇ ਮੈਂ ਸਮਝਦਾ ਕਿ ਪੰਜਾਬ ਦੇ ਅੰਦਰ ਜਿਹੜਾ ਆ ਉਹ ਇਹ ਮਹਿਸੂਸ ਕੀਤਾ ਗਿਆ, ਸ਼ਾਇਦ ਇਹ ਬਹੁਜਨ ਸਮਾਜ ਪਾਰਟੀ ਨੂੰ ਲੱਗਿਆ ਭਈ ਕਿਤੇ ਨਾ ਕਿਤੇ ਜਿਹੜਾ ਆ ਇਹ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਆਧਾਰ ਜਿਹੜਾ ਆ ਉਹ ਉਹਨਾਂ ਨੂੰ ਖੁੱਸਦਾ ਨਜ਼ਰ ਆਇਆ, ਜਿਹਦੇ ਕਾਰਨ ਉਹਨਾਂ ਨੇ ਜ਼ਰੂਰਤ ਮਹਿਸੂਸ ਕੀਤੀ ਵੀ ਝੁੰਗੜਾ ਜੀ ਸਾਨੂੰ ਤੁਹਾਡੀ ਜ਼ਰੂਰਤ ਆ। ਪਰ ਮੈਂ ਇਹ ਸਮਝਦਾ ਕਿ ਮੈਂ ਆਪਣੇ ਸਾਥੀਆਂ ਦੇ ਨਾਲ ਜਿਹੜਾ ਉਹਨਾਂ ਨੂੰ ਕਿਹਾ ਕਿ ਮੈਂ ਸਲਾਹ ਤੋਂ ਮਸ਼ਵਰੇ ਤੋਂ ਬਿਨਾਂ ਜਿਹੜਾ ਅਸੀਂ ਕੋਈ ਵੀ ਜਿਹੜਾ ਕਦਮ ਕੋਈ ਸਟੈਪ ਜਿਹੜਾ ਅਸੀਂ ਨਹੀਂ ਲੈ ਸਕਦੇ। ਕਿਉਂਕਿ ਮੈਂ ਇਹ ਸਵਾਲ ਜਿਹੜਾ ਆ ਮੈਂ ਸਮਾਜ ਨੂੰ ਦੇ ਅੱਗੇ ਵੀ ਸਵਾਲ ਰੱਖਣਾ ਚਾਹੁੰਦਾ ਆ ਕਿ ਜਿਹੜੀ ਮਤਲਬ 16 ਸਾਲ ਤੋਂ ਮੇਰੀ ਯਾਦ ਨਹੀਂ ਆਈ ਔਰ ਮੇਰੇ ਮਤਲਬ ਲੱਖ ਯਤਨ ਕਰਨ ਦੇ ਬਾਵਜੂਦ ਵੀ ਜਿਹੜਾ ਆ ਉਹ ਮੈਨੂੰ ਪਾਰਟੀ ਦੇ ਵਿੱਚ ਨਹੀਂ ਲਿਆ ਗਿਆ। ਔਰ ਹਮੇਸ਼ਾ ਇਹ ਕਿਹਾ ਗਿਆ, ਜਿੰਨੇ ਵੀ ਅੱਜ ਤੱਕ BSP ਦੇ ਪ੍ਰਧਾਨ ਬਣੇ ਆ 2004 ਤੋਂ ਲੈ ਕੇ, ਔਰ ਜਦੋਂ ਵੀ ਮੇਰੀ ਗੱਲ ਚੱਲਦੀ ਸੀ ਤਾਂ ਉਹਨਾਂ ਦਾ ਜਵਾਬ ਹੁੰਦਾ ਸੀ ਵੀ ਇਹ ਤਾਂ ਜੀ ਮਤਲਬ ਭੈਣ ਮਾਇਆਵਤੀ ਦੇ ਲੈਵਲ ਦੀ ਗੱਲ ਹੈ, ਇਹ ਤਾਂ ਸੁਪਰੀਮ ਕੋਰਟ ਦਾ ਮੈਟਰ ਆ, ਇਹ ਤਾਂ ਮਾਇਆਵਤੀ ਜੀ ਦੇ ਲੈਵਲ ਦੀ ਗੱਲ ਹੈ, ਮਤਲਬ ਜਿਹੜਾ ਸਾਡੇ ਪੰਜਾਬ ਲੈਵਲ ਦੀ ਇਹ ਗੱਲ ਨਹੀਂ ਹੈ। ਸੋ ਇਹ ਗੱਲ ਕਹਿ ਕੇ ਹਮੇਸ਼ਾ ਟਾਲ ਦਿੱਤਾ ਜਾਂਦਾ ਰਿਹਾ। ਲੇਕਿਨ ਮੈਂ ਹੁਣ ਇਹ ਸਮਝਦਾ ਹਾਂ ਵੀ ਜਦੋਂ ਮਤਲਬ ਅੱਜ ਮਤਲਬ ਅਸੀਂ ਪੰਜਾਬ ਦੇ ਅੰਦਰ ਸਾਨੂੰ ਇਹ ਵੱਡੀ ਜ਼ਿੰਮੇਵਾਰੀ ਜਿਹੜੀ ਦਿੱਤੀ ਗਈ ਆ, ਕਿੱਥੇ ਤਾਂ ਮੈਨੂੰ ਚੱਲਿਆ ਅਨਾਰ ਕਿਹਾ ਜਾਂਦਾ ਸੀ ਝੁੰਗੜੇ ਨੂੰ, ਅਤੇ ਕਿਤੇ ਮਤਲਬ ਡੁੱਬਿਆ ਹੋਇਆ ਸੂਰਜ ਕਿਹਾ ਜਾਂਦਾ ਸੀ। ਅਤੇ ਅੱਜ ਮਤਲਬ ਕਿਹੜੀ ਉਹ ਸ਼ਕਤੀ ਜਿਹੜੀ ਆ ਉਹ ਚੀਜ਼ ਜਿਹੜੀ ਆ ਮਤਲਬ ਉਹ ਕਿਹੜਾ ਬਰੂਦ ਭਰ ਗਿਆ ਅਨਾਰ ਦੇ ਵਿੱਚ, ਚੱਲੇ ਹੋਏ ਅਨਾਰ ਦੇ ਵਿੱਚ, ਕਿਹੜੀ ਜਿਹੜੀ ਆ ਉਹ ਡੁੱਬੇ ਹੋਏ ਸੂਰਜ ਨੂੰ ਉਹ ਰੇਸ਼ਮਾਂ ਜਿਹੜੀਆਂ ਆ ਉਹ ਚਮਕ ਪਈਆਂ ਆ। ਸਰ ਅਗਰ ਗੱਲ ਕਰੀਏ ਕਿਤੇ ਨਾ ਕਿਤੇ ਇਹ ਵੀ ਗੱਲ ਹੋ ਰਹੀ ਆ ਕਿ ਝੁੰਗੜਾ ਸਾਹਿਬ ਨੂੰ ਜੋ ਪੰਜਾਬ ਦਾ ਪ੍ਰਧਾਨ ਆਜ਼ਾਦ ਸਮਾਜ ਪਾਰਟੀ ਵੱਲੋਂ ਬਣਾਇਆ ਜਾਣਾ ਸੀ, ਪਰ ਉਹਨਾਂ ਦੀ ਬਜਾਏ ਰਾਜੀਵ ਕੁਮਾਰ ਲਵਲੀ ਜੀ ਨੂੰ ਬਣਾਇਆ ਗਿਆ। ਕਿਤੇ ਇਹ ਗੱਲ ਨੂੰ ਲੈ ਕੇ ਤੁਹਾਡੀ ਕੋਈ ਬਸਪਾ ਦੇ ਨਾਲ ਸੱਟ-ਕੱਟ ਤਾਂ ਨਹੀਂ ਚੱਲ ਰਹੀ ਹੈ? ਨਹੀਂ, ਬਿਲਕੁਲ ਇਹ ਕੋਈ ਮੈਟਰ ਨਹੀਂ ਹੈ, ਕਿਉਂਕਿ ਜਿਹੜਾ ਰਾਜੀਵ ਕੁਮਾਰ ਲਵਲੀ ਜੀ ਨੂੰ ਪ੍ਰਧਾਨ ਬਣਾਉਣ ਦਾ ਜਿਹੜਾ ਕਾਰਨ ਵਾ ਮਤਲਬ ਹੈ, ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਵੀ ਰਾਜੀਵ ਕੁਮਾਰ ਲਵਲੀ ਕੋਈ ਨਵੇਂ ਨਹੀਂ ਹੈ। ਉਹਨਾਂ ਦੇ ਪਿਤਾ ਜੀ RPI ਰਿਪਬਲਿਕ ਪਾਰਟੀ ਆਫ ਇੰਡੀਆ ਤੋਂ MLA ਰਹੇ ਆ 62 ਤੋਂ 67 ਤੱਕ, ਔਰ ਦਬੰਗ ਉਹ MLA ਰਹੇ ਆ ਬਾਬੂ ਅਜੀਤ ਕੁਮਾਰ ਜੀ, ਮਤਲਬ ਜਿਨ੍ਹਾਂ ਦੇ ਉਹ ਫਰਜ਼ੰਦ ਹੈ, ਸਪੁੱਤਰ ਹੈ ਰਾਜੀਵ ਕੁਮਾਰ ਲਵਲੀ। ਔਰ ਉਹਨਾਂ ਦਾ ਮਤਲਬ ਸਕੂਲ ਹੈ ਡਾਕਟਰ ਵਿਦਿਆ ਮੰਦਰ ਮਤਲਬ ਲੁਧਿਆਣੇ ਦੇ ਵਿੱਚ। ਸੋ ਉਹਦੇ ਉਹ ਮੈਨੇਜਿੰਗ ਡਾਇਰੈਕਟਰ ਵਾ ਅਤੇ ਮਾਲਕ ਹੈ ਉਹਦੇ, ਅਤੇ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ। ਅਤੇ ਇਹ ਸਾਡੀ ਆਪਣੀ ਟੀਮ ਦਾ ਸਾਡਾ ਮਤਲਬ ਫੈਸਲਾ ਆ ਕਿ ਅਸੀਂ ਉਹਨਾਂ ਨੂੰ ਮਤਲਬ ਪ੍ਰਧਾਨ ਬਣਾਇਆ, ਕਿਉਂਕਿ ਇਹ ਲੋਕਾਂ ਦੇ ਲਈ ਵੀ ਇੱਕ ਮਤਲਬ ਮੈਂ ਸਮਝਦਾ ਇੱਕ ਨਵੀਂ ਗੱਲ ਹੈ ਕਿ ਪ੍ਰਧਾਨਗੀ ਲਈ ਤਾਂ ਮਤਲਬ ਉਹ ਲੋਕ ਉਹ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਆ ਜਾਂ ਇੱਕ ਦੂਜੇ ਦਾ ਪਿੱਛੇ ਕਰਨ ਦੇ ਧੱਕਣ ਦੇ ਵਿੱਚ ਤਰਲੋ ਮੱਛੀ ਹੁੰਦੇ ਆ। ਪਰ ਇਹ ਜ਼ਰੂਰ ਠੀਕ ਹੈ, ਲੋਕਾਂ ਲਈ ਨਵੀਂ ਗੱਲ ਹੈ ਕਿ ਝੁੰਗੜੇ ਦੀ ਜਗ੍ਹਾ ਪ੍ਰਧਾਨ ਆ ਉਹ ਰਾਜੀਵ ਕੁਮਾਰ ਲਵਲੀ ਜੀ ਆ। ਸੋ ਮੈਂ ਇਸ ਕਰਕੇ ਇਹ ਕਹਿਣਾ ਚਾਹੁੰਦਾ ਕਿ ਇੱਕ ਮਿਸਾਲ ਆ ਉਹ ਅਸੀਂ ਪੈਦਾ ਕੀਤੀ ਆ ਕਿ ਮਤਲਬ ਜਦੋਂ ਇੱਕ ਟੀਮ ਦੇ ਰੂਪ ਦੇ ਵਿੱਚ ਆਪਾਂ ਚੱਲਣਾ, ਜਦੋਂ ਸਾਰਿਆਂ ਨੂੰ ਆਪਾਂ ਨਾਲ ਲੈ ਕੇ ਚੱਲਣਾ ਆ, ਤਾਂ ਅਹੁਦਾ ਆ ਕੋਈ ਵੀ ਅਹਿਮੀਅਤ ਨਹੀਂ ਰੱਖਦਾ ਟੀਮ ਦੇ ਵਿੱਚ। ਸੋ ਇਸ ਕਰਕੇ ਅਸੀਂ ਪੂਰਾ ਸੋਚ ਸਮਝ ਕੇ ਵੀ ਤਾਂ ਕਿ ਅਸੀਂ ਸਾਡੀ ਇੱਕ ਟੀਮ ਦੇ ਰੂਪ ਦੇ ਵਿੱਚ ਆਪਾਂ ਅੱਗੇ ਵਧਣਾ ਆ, ਇਸ ਕਰਕੇ ਰਾਜੀਵ ਕੁਮਾਰ ਲਵਲੀ ਜੀ ਨੂੰ ਆ ਉਹ ਪ੍ਰਧਾਨ ਬਣਾਇਆ। ਅਤੇ ਇਹਦੇ ਵਿੱਚ ਕੋਈ ਮਤਲਬ ਅਹੁਦੇ ਦਾ ਕੋਈ ਦੂਸਰਾ ਨਹੀਂ ਹੈਗਾ, ਅਤੇ ਇਸ ਕੋਈ ਰਿਜੈਂਟਮੈਂਟ ਵਾਲੀ ਕੋਈ ਗੱਲ ਨਹੀਂ ਹੈਗੀ। ਸੋ ਇਸ ਕਰਕੇ ਮੈਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ। ਲੇਕਿਨ ਮਤਲਬ ਬਹੁਜਨ ਸਮਾਜ ਪਾਰਟੀ ਨੇ ਇਹ ਮਹਿਸੂਸ ਕੀਤਾ ਸਾਡੇ ਬਾਰੇ, ਅਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਮੈਂ ਸਮਾਜ ਦੇ ਅੱਗੇ ਵੀ ਇਹ ਸਵਾਲ ਰੱਖਣਾ ਚਾਹੁੰਦਾ ਹਾਂ
ਭਈ ਇਸ ਗੱਲ ਦੀ ਕੀ ਗਰੰਟੀ ਆ ਕਿ ਕੱਲ੍ਹ ਨੂੰ ਮੈਂ ਬਹੁਜਨ ਸਮਾਜ ਪਾਰਟੀ ਦੇ ਵਿੱਚ ਅੱਜ ਮੈਨੂੰ ਮਤਲਬ ਲੈ ਲਿਆ ਜਾਂਦਾ ਆ ਔਰ ਮੈਨੂੰ ਫਿਰ ਜਿਹੜਾ ਆ ਕੱਲ੍ਹ ਨੂੰ ਸਾਲ 6 ਮਹੀਨੇ ਬਾਅਦ ਮੈਨੂੰ ਫਿਰ ਜਿਹੜਾ ਆ ਬਾਹਰਲਾ ਰਸਤਾ ਜਿਹੜਾ ਆ ਦਿਖਾ ਦਿੱਤਾ ਜਾਵੇ ਤਾਂ ਫਿਰ ਅਸੀਂ ਕਿਹੜੀ ਮਾਲੂਮ ਅਸੀਂ ਕਵਾਂਗੇ। ਸੋ ਇਸ ਕਰਕੇ ਮੈਂ ਇਹ ਸਮਝਦਾ ਆ ਕਿ ਠੀਕ ਹੈ ਬਹੁਜਨ ਸਮਾਜ ਜਿਹੜਾ ਆ ਉਹ ਕੋਈ ਸਮਾਜ ਵੀ ਜਿਹੜਾ ਆ ਉਹ ਇੱਕ ਹੈ ਅਤੇ ਬਹੁਜਨ ਸਮਾਜ ਪਾਰਟੀ ਜਿਹੜੀ ਆ ਉਹ ਵੀ ਕੋਈ ਸਾਡੀ ਦੁਸ਼ਮਣ ਪਾਰਟੀ ਨਹੀਂ ਹੈਗੀ। ਲੇਕਿਨ ਸਾਡਾ ਜਿਹੜਾ ਮਕਸਦ ਹੈ, ਟਾਰਗੇਟ ਜਿਹੜਾ ਸਾਡਾ, ਜਿਹੜੀ ਸਾਡੀ ਲੜਾਈ ਆ ਆਜ਼ਾਦ ਸਮਾਜ ਪਾਰਟੀ ਦੇ ਮਾਧਿਅਮ ਤੋਂ, ਉਹ ਕੋਈ BSP ਦੇ ਵਿਰੋਧ ਵਿੱਚ ਮੈਂ ਸਮਝਦਾ ਇਹ ਪਾਰਟੀ ਨਹੀਂ ਬਣੀ, ਬਲਕਿ ਬ੍ਰਾਹਮਣਵਾਦ ਨੂੰ ਮਤਲਬ ਜਿਹੜਾ ਆ ਮੁੱਖ ਰੱਖ ਕੇ, ਮਨੂਵਾਦ ਨੂੰ ਮੁੱਖ ਰੱਖ ਕੇ, ਜਿਹੜਾ ਇਸ ਦੇਸ਼ ਦੇ ਸੰਵਿਧਾਨ ਦੇ ਲਈ ਜਿਹੜਾ ਵੱਡੇ ਖਤਰੇ ਜਿਹੜੇ ਆ ਉਹ ਬਣ ਚੁੱਕੇ ਆ। ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕਿਤੇ ਲੋਕਡਾਊਨ ਦੇ ਸਹਾਰੇ ਆਸਰੇ ਦੇ ਨਾਲ ਜਿਹੜਾ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਆ, ਕਿਤੇ ਸੁਪਰੀਮ ਕੋਰਟ ਦੇ ਮਾਧਿਅਮ ਤੋਂ ਜਿਹੜਾ ਆ ਉਹ ਸੰਵਿਧਾਨ ਨੂੰ ਖਤਮ ਕਰਨ ਦੇ ਜਿਹੜੇ ਆ ਮਨਸੂਬੇ ਜਿਹੜੇ ਆ ਘੜੇ ਜਾ ਰਹੇ ਆ। ਸੋ ਇਸ ਕਰਕੇ ਮਤਲਬ ਆਜ਼ਾਦ ਸਮਾਜ ਪਾਰਟੀ ਦਾ ਜਿਹੜਾ ਲਕਸ਼ ਆ ਉਹ ਕੋਈ ਬਹੁਜਨ ਸਮਾਜ ਪਾਰਟੀ ਦੇ ਕੋਈ ਮਤਲਬ ਕੇਡਰ ਨੂੰ ਜਿਹੜਾ ਆ ਕੋਈ ਖਤਰੇ ਵਾਲੀ ਗੱਲ ਨਹੀਂ ਸਮਝਣੀ ਚਾਹੀਦੀ, ਬਲਕਿ ਜਿਹੜਾ ਨਿਸ਼ਾਨਾ ਜਿਹੜਾ ਆ ਉਹ ਸਾਡਾ ਮਨੂਵਾਦ, ਬ੍ਰਾਹਮਣਵਾਦ ਹੈ ਔਰ ਭਾਰਤੀ ਜਨਤਾ ਪਾਰਟੀ ਆ, ਜਿਹਨੂੰ ਮਤਲਬ ਅਸੀਂ ਜਦ ਤੱਕ ਸੱਤਾ ਦੇ ਵਿੱਚੋਂ ਲਾਂਭੇ ਨਹੀਂ ਕਰਦੇ ਔਰ ਉਦੋਂ ਤੱਕ ਨਾ ਸੰਵਿਧਾਨ ਸੇਫ ਰਹਿ ਸਕਦਾ ਆ ਔਰ ਨਾ ਹੀ ਜਿਹੜਾ ਆ ਸਾਡੀ ਜਿਹੜੀ ਆ ਜਾਨ ਮਾਲ ਜਿਹੜੀ ਆ ਸਮਾਜ ਦੀ ਜਿਹੜੀ ਆ ਉਹ ਮਤਲਬ ਜਿਹੜੀ ਸੇਫ ਰਹਿ ਸਕਦੀ ਆ। ਕਿਉਂਕਿ ਮੈਂ ਇਹ ਸਮਝਦਾ ਕਿ ਉੱਤਰ ਪ੍ਰਦੇਸ਼ ਦੇ ਅੰਦਰ ਅੱਜ ਹਾਹਾਕਾਰ ਜਿਹੜੀ ਮੱਚੀ ਹੋਈ ਆ, ਮੈਂ ਇਹ ਸਮਾਜ ਦੇ ਅੱਗੇ ਵੀ ਇਹ ਸਵਾਲ ਫਿਰ ਰੱਖਣਾ ਚਾਹੁੰਦਾ ਕਿ ਅੱਜ ਉੱਤਰ ਪ੍ਰਦੇਸ਼ ਦੇ ਅੰਦਰ ਮੇਰਠ ਦੀ ਮੈਂ ਲਾਈਵ ਦੇਖ ਰਿਹਾ ਸੀ, 2-4 ਦਿਨ ਪਹਿਲਾਂ ਦੀ ਇੱਕ ਲਾਈਵ ਮਤਲਬ ਜਿਹੜੀ ਵੀਡੀਓ ਦੇਖ ਰਿਹਾ ਸੀ ਮੈਂ, ਜਿਹਦੇ ਵਿੱਚ ਸਾਡੇ ਸਮਾਜ ਦੀਆਂ ਔਰਤਾਂ ਰੋ ਰੋ ਕੇ ਪਿੱਟ ਕੇ ਜਿਹੜੀਆਂ ਕਹਿ ਰਹੀਆਂ ਕਿ ਸ਼ਾਮ ਨੂੰ ਗੁੰਡੇ ਆਉਂਦੇ ਆ ਇੱਥੇ ਬਸਤੀ ਦੇ ਵਿੱਚ ਸਾਡੀ ਦੇ ਵਿੱਚ, ਔਰ ਜਿਹਦੀ ਵੀ ਮਤਲਬ ਧੀ ਭੈਣ ਜਿਹਨੂੰ ਮਤਲਬ ਸੋਹਣੀ ਦੇਖਦੇ ਆ ਉਹਨੂੰ ਲਿਜਾ ਕੇ ਜਿਹੜਾ ਰਾਤ ਨੂੰ ਗੈਂਗ ਰੇਪ ਉਹਦੇ ਨਾਲ ਕਰਦੇ ਆ ਔਰ ਉਹਨਾਂ ਨੇ ਰੋ ਕੇ ਜਿਹੜਾ ਸਾਡੀਆਂ ਧੀਆਂ ਨੇ, ਸਾਡੀਆਂ ਭੈਣਾਂ ਨੇ, ਔਰ ਜਿਹੜਾ ਲੋਕਾਂ ਨੂੰ ਸ਼ਰੇਆਮ ਜਿਹੜਾ ਆ ਕਿਤੇ ਖੂਹ ਤੋਂ ਪਾਣੀ ਭਰਨ ਤੋਂ ਕਿਸੇ ਨੂੰ ਮਾਰਿਆ ਜਾ ਰਿਹਾ ਔਰ ਕਿਸੇ ਨੂੰ ਮਤਲਬ ਮੰਦਿਰ ਵਿੱਚ ਵੜਨ ਤੋਂ ਮਤਲਬ ਜਿਹੜਾ ਕਿਸੇ ਨੂੰ ਅਲਫ ਨਗਨ ਕਰਕੇ ਸਾਡੀਆਂ ਧੀਆਂ ਭੈਣਾਂ ਨੂੰ ਜਿਹੜਾ ਮਾਰਿਆ ਕੁੱਟਿਆ ਜਾ ਰਿਹਾ, ਕਿਤੇ ਘਰ ਦੇ ਵਿੱਚ ਵੜ ਕੇ ਜਿਹੜਾ ਆ ਲੋਕਾਂ ਨੂੰ ਵੱਢਿਆ ਟੁੱਕਿਆ ਜਾ ਰਿਹਾ ਉੱਤਰ ਪ੍ਰਦੇਸ਼ ਦੇ ਅੰਦਰ। ਔਰ ਇਹਨੂੰ ਕੀ ਸਮਝਿਆ ਜਾਵੇ ਕਿ ਮੈਂ ਸਮਝਦਾ ਕਿ ਜਿਹੜਾ ਸੰਗਠਨ ਦੀ ਤਾਕਤ ਹੁੰਦੀ ਆ ਇਹ ਸੱਤਾ ਦੀ ਤਾਕਤ ਤੋਂ ਵੀ ਵੱਡੀ ਤਾਕਤ ਹੁੰਦੀ ਆ। ਜੇ ਅਸੀਂ ਸੱਤਾ ਦੇ ਵਿੱਚ ਅੱਜ ਸਾਡੇ ਕੋਲ ਸੱਤਾ ਨਹੀਂ ਹੈ, ਕਮ ਸੇ ਕਮ ਜੇ ਸਾਡੇ ਕੋਲ ਸੰਗਠਨ ਹੈ ਤਾਂ ਅਸੀਂ ਸੰਗਠਨ ਦੇ ਨਾਲ ਅਸੀਂ ਸਰਕਾਰ ਦਾ ਜਿਹੜਾ ਆ ਜ਼ਾਲਮ ਦਾ ਮੂੰਹ ਤੋੜ ਸਕਦੇ ਹਾਂ, ਜ਼ਾਲਮ ਦਾ ਜਿਹੜਾ ਆ ਅਸੀਂ ਜਿਹੜਾ ਉਹਦਾ ਹੱਥ ਤੋੜ ਸਕਦੇ ਹਾਂ। ਲੇਕਿਨ ਕੀ ਕਾਰਨ ਹੈ ਕਿ ਅੱਜ ਦੇਸ਼ ਦੇ ਅੰਦਰ ਜਿਹੜਾ ਆ ਸਮਾਜ ਤਰਾਹ ਕਰ ਰਿਹਾ ਆ, ਸਮਾਜ ਜਿਹੜਾ ਆ ਉਹਦੇ ਨਾਲ ਅਤਿਆਚਾਰ ਜਿਹੜਾ ਹੋ ਰਿਹਾ ਆ, ਲੇਕਿਨ ਜਿਹੜਾ ਆ ਸਮਾਜ ਦੇ ਜਿਹੜੀ ਲੀਡਰਸ਼ਿਪ ਹੈ ਉਹ ਕਿਉਂ ਮਤਲਬ ਅੱਜ ਜਿਹੜੀ ਆ ਉਹ ਅੰਦਰ ਮਤਲਬ ਘੁਰਨੇ ਦੇ ਵਿੱਚ ਵੜ ਕੇ ਬੈਠੀ ਆ। ਲੇਕਿਨ ਦੂਸਰੇ ਪਾਸੇ ਜਿਹੜੇ ਆਜ਼ਾਦ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਹੈ ਮਾਨਯੋਗ ਚੰਦਰ ਸ਼ੇਖਰ ਆਜ਼ਾਦ ਜੀ, ਉਹ ਪੂਰੇ ਦੇਸ਼ ਦੇ ਅੰਦਰ ਜਿਹੜਾ ਆ ਉਹ ਮਤਲਬ ਜਾ ਰਹੇ ਆ ਔਰ ਜਿੱਥੇ ਵੀ ਸਮਾਜ ਦੇ ਨਾਲ ਕਿਤੇ ਜ਼ੁਲਮ ਜਾਤੀ ਹੁੰਦੀ ਹੈ ਧੱਕਾ ਔਰ ਉਹ ਹਿੱਕ ਡਾ ਕੇ ਖੜ੍ਹਦੇ ਆ। ਸੋ ਇਸ ਕਰਕੇ ਮੈਂ ਬਹੁਜਨ ਸਮਾਜ ਦੇ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਆ ਕਿ ਜਿਹੜਾ ਆਉਣ ਵਾਲਾ ਸਮਾਂ ਆ 2022 ਦਾ, ਕਿਉਂਕਿ 2022 ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਇਲੈਕਸ਼ਨ ਹੈ ਔਰ ਪੰਜਾਬ ਦੇ ਵਿੱਚ ਇਲੈਕਸ਼ਨ ਹੈ। ਸੋ ਇਸ ਕਰਕੇ ਮੈਂ ਸਮਝਦਾ ਕਿ ਪੰਜਾਬ ਦੀ ਜਿਹੜੀ ਰਾਜਨੀਤੀ ਆ ਉਹ ਜਿੱਥੇ ਸਾਡੀ 40% ਆਬਾਦੀ ਆ ਔਰ ਸਾਨੂੰ ਤਾਂ ਇਹ ਚਾਹੀਦਾ ਆ ਕਿ ਸਾਡੀ ਮਰਜ਼ੀ ਤੋਂ ਬਿਨਾਂ ਪੰਜਾਬ ਦੇ ਵਿੱਚ ਜਿਹੜਾ ਆ ਉਹ ਰਾਜਨੀਤਿਕ ਕੋਈ ਮਤਲਬ ਜਿਹੜੀ ਆ ਉਹ ਸੱਤਾ ਤਾਂ ਇੱਕ ਪਾਸੇ, ਰਾਜ ਤੱਕ ਸਰਕਾਰ ਬਣਾਉਣਾ ਤਾਂ ਇੱਕ ਪਾਸੇ ਔਰ ਸਾਡੀ ਮਰਜ਼ੀ ਤੋਂ ਬਿਨਾਂ ਕੋਈ ਜਿਹੜਾ ਕੋਈ ਸਾਹ ਨਾ ਲੈ ਸਕੇ, ਕੋਈ ਸਰਕਾਰ ਬਣਾਉਣ ਦਾ ਸੁਪਨਾ ਨਾ ਲੈ ਸਕੇ। ਸੋ ਇਸ ਕਰਕੇ ਮੈਂ ਬਹੁਜਨ ਸਮਾਜ ਦੇ ਸਾਰੇ ਭੈਣਾਂ ਭਰਾਵਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਆ ਕਿ ਆਓ, ਜੇ ਅਸੀਂ ਸੱਤਾ ਦੇ ਵਿੱਚ ਹਿੱਸੇਦਾਰੀ ਆਪਾਂ ਚਾਹੁੰਦੇ ਹਾਂ ਤੇ ਆਜ਼ਾਦ ਸਮਾਜ ਪਾਰਟੀ ਦੇ ਪਲੇਟਫਾਰਮ ਤੋਂ ਆਪਾਂ ਮਾਨਯੋਗ ਚੰਦਰ ਸ਼ੇਖਰ ਜੀ ਦੀ ਅਗਵਾਈ ਦੇ ਵਿੱਚ ਆਪਾਂ ਜਿਹੜਾ ਆ ਇਕੱਠੇ ਹੋ ਕੇ ਰਲ ਕੇ ਜਿਹੜਾ ਆਪਾਂ ਕੰਮ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾ ਆ ਸਮਾਜ ਨੂੰ ਕੋਈ ਰਾਹਤ ਮਿਲ ਸਕੇ ਔਰ ਇਸ ਦੇਸ਼ ਦੇ ਵਿੱਚ ਜਿਹੜਾ ਸੰਵਿਧਾਨ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ, ਉਹਨੂੰ ਬਚਾਇਆ ਜਾ ਸਕੇ। ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਕਿ ਮੈਂ ਉਨਾ ਚਿਰ ਜਿੰਦਾ ਰਹਾਂਗਾ ਜਿੰਨਾ ਚਿਰ ਸੰਵਿਧਾਨ ਜਿਹੜਾ ਜਿੰਦਾ ਰਹੇਗਾ। ਸੋ ਇਸ ਕਰਕੇ ਅਸੀਂ ਸੰਵਿਧਾਨ ਨੂੰ ਵੀ ਜਿੰਦਾ ਰੱਖਣਾ ਆ, ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਵੀ ਜਿੰਦਾ ਰੱਖਣਾ ਆ। ਸਾਹਿਬ ਕਾਂਸ਼ੀ ਰਾਮ ਜੀ ਦਾ ਇਹ ਅੰਦੋਲਨ ਹੈ, ਉਹਨੇ ਆਪਣਾ ਪੂਰਾ ਜੀਵਨ ਲਾ ਕੇ ਇਸ ਅੰਦੋਲਨ ਨੂੰ ਇਸ ਦੇਸ਼ ਦੇ ਅੰਦਰ ਜਿਹੜਾ ਉਹਨਾਂ ਨੇ ਖੜਾ ਕੀਤਾ। ਮੈਂ ਸਮਝਦਾ ਕਿਤੇ ਨਾ ਕਿਤੇ ਮਹਿਸੂਸ ਕੀਤਾ ਗਿਆ ਜਿਹੜਾ ਕਿ ਸਾਹਿਬ ਕਾਂਸ਼ੀ ਰਾਮ ਦਾ ਅੰਦੋਲਨ ਜਿਹੜਾ ਉਹ ਮਰ ਰਿਹਾ ਆ
ਔਰ ਉਹਨੂੰ ਜਿੰਦਾ ਕਰਨ ਦੇ ਲਈ, ਅੰਦੋਲਨ ਨੂੰ ਅੱਗੇ ਵਧਾਉਣ ਦੇ ਲਈ ਆਜ਼ਾਦ ਸਮਾਜ ਪਾਰਟੀ ਜਿਹੜੀ ਹੋਂਦ ਵਿੱਚ ਆਈ ਆ। ਸੋ ਇਸ ਕਰਕੇ ਮੈਂ ਫਿਰ ਜਿਹੜਾ ਆ ਸਮਾਜ ਦਾ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਆ ਕਿ ਆਓ ਆਪਾਂ ਕਿਸੇ ਵੀ ਤਰ੍ਹਾਂ ਦਾ ਸਾਡਾ ਆਪਸ ਵਿੱਚ ਹੀ ਜਿਹੜਾ ਕੋਈ ਸਾਡਾ ਬਹੁਜਨ ਸਮਾਜ ਪਾਰਟੀ ਦੇ ਪ੍ਰਤੀ ਸਾਡੀ ਕੋਈ ਰੰਜਿਸ਼ ਜਿਹੜੀ ਆਪਸੀ ਨਹੀਂ ਹੋਣੀ ਚਾਹੀਦੀ। ਸਾਨੂੰ ਵਿਰੋਧ ਜਿਹੜੇ ਆ ਉਹ ਛੱਡ ਕੇ ਸਮਾਜ ਵੱਲ ਧਿਆਨ ਦੇਣਾ ਚਾਹੀਦਾ ਆ। ਔਰ ਜਿਹੜਾ ਵੀ ਮਤਲਬ ਕੱਲ੍ਹ ਨੂੰ ਸਮਾਜ ਦੇ ਹਿੱਤ ਦੀ ਗੱਲ ਕਰੇਗਾ, ਜਿਹੜੀ ਪਾਰਟੀ ਹਿੱਤ ਦਾ ਸਮਾਜ ਦੇ ਹਿੱਤ ਦੀ ਗੱਲ ਕਰੇਗੀ, ਔਰ ਜਿਹੜਾ ਨੇਤਾ ਸਮਾਜ ਦੇ ਹਿੱਤ ਦੀ ਗੱਲ ਕਰੇਗਾ, ਤਾਂ ਸਮਾਜ ਜਿਹੜਾ ਆ ਉਹਦਾ ਸਾਥ ਦੇਵੇਗਾ। ਔਰ ਇਹੀ ਕੁਦਰਤ ਦਾ ਨਿਯਮ ਹੈ। ਸੋ ਇਹੀ ਸਿਧਾਂਤ ਹੈ ਮਤਲਬ ਜਿਹੜਾ ਆ ਸਮਾਜ ਦਾ, ਸੁਸਾਇਟੀ ਦਾ। ਸੋ ਆਖਰ ਦੇ ਵਿੱਚ ਮੈਂ ਇਹ ਸਾਰਿਆਂ ਨੂੰ ਬੇਨਤੀ ਕਰਦਾ ਹੋਇਆ, ਸਮਾਜ ਨੂੰ ਇਹ ਬੇਨਤੀ ਕਰਦਾ ਹੋਇਆ ਧੰਨਵਾਦ ਕਰਨਾ ਚਾਹੁੰਦਾ। ਫਿਰ ਮੈਂ ਆਜ਼ਾਦ ਸਮਾਜ ਪਾਰਟੀ ਦੀ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਦੀ ਉਹਨਾਂ ਨੇ ਸਾਨੂੰ ਪੰਜਾਬ ਦੇ ਵਿੱਚ ਜ਼ਿੰਮੇਵਾਰੀ ਜਿਹੜੀ ਆ ਸਮਝੀ ਆ। ਜਿੱਥੇ ਸਾਡੇ ਸਮਾਜ ਦਾ ਹਿੱਤ ਹੋਏਗਾ ਔਰ ਉੱਥੇ ਜਿਹੜਾ ਆ ਆਜ਼ਾਦ ਸਮਾਜ ਪਾਰਟੀ ਹੋਏਗੀ, ਉੱਥੇ ਅਸੀਂ ਹੋਵਾਂਗੇ। ਇਹਨਾਂ ਸ਼ਬਦਾਂ ਦੇ ਨਾਲ ਧੰਨਵਾਦ ਕਰਦਾ ਮੈਂ ਸਾਰੇ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਮਾਂ ਦੇਣ ਦੇ ਲਈ। ਥੈਂਕ ਯੂ ਜੀ, ਸਾਰਿਆਂ ਦਾ ਧੰਨਵਾਦ ਬਹੁਤ ਬਹੁਤ। ਜੈ ਭੀਮ, ਜੈ ਭਾਰਤ। ਸੋ ਇਹ ਸਨ ਸਾਡੇ ਨਾਲ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸੂੰਗੜਾ ਜੀ, ਜਿਨ੍ਹਾਂ ਨੇ ਕਿ ਜੋ ਅੱਜ ਚੱਲ ਰਹੇ ਚਰਚਾ ਦਾ ਜੋ ਵਿਸ਼ਾ ਸੀ ਉਹਨੂੰ ਬਿਲਕੁਲ ਕਲੈਰੀਫਾਈ ਕੀਤਾ ਇਸ ਚੈਨਲ ਦੇ ਰਾਹੀਂ। ਸੋ ਇਸੇ ਤਰ੍ਹਾਂ ਨਵੀਆਂ ਖਬਰਾਂ, ਨਵੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਔਰ ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ। ਇਜਾਜ਼ਤ। ਧੰਨਵਾਦ।